ਸੁਰਜੀਤ ਸਿੰਘ ਝਬੇਲ ਵਾਲੀ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ, ਵਕੀਲ ਨੇ ਅਤੇ ਐਡਵੋਕੇਟ ਰਹਿ ਚੁੱਕੇ ਨੇ ਉੱਥੇ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਰਜੀਤ ਸਿੰਘ ਸਭ ਤੋਂ ਪਹਿਲਾਂ ਸਾਂਝਾ ਪੰਜਾਬ 'ਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਮਿਹਰਬਾਨੀ ਬਾਬੂ ਸਾਹਿਬ, ਤੁਹਾਨੂੰ ਅਤੇ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੀ, ਔਰ ਖ਼ਾਸ ਤੌਰ 'ਤੇ ਉਚੇਚੇ ਤੌਰ 'ਤੇ ਅੱਜ ਜੋ ਸੰਸਾਰ ਪੱਧਰ 'ਤੇ ਮੇਰੇ ਕਿਸਾਨ ਵੀਰ ਸੁਣ ਰਹੇ ਹੈ, ਉਹਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ? ਬਸ ਠੀਕ ਹੈ ਜੀ। ਕਿਉਂਕਿ ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਸ ਦੀ ਗੱਲਬਾਤ ਕਰਾਂਗੇ, ਕਿਉਂਕਿ ਤੁਸੀਂ ਇੱਥੇ ਦੀ ਕਿਸਾਨੀ ਨਾਲ ਵੀ ਜੁੜੇ ਹੋਏ ਹੋ ਜੀ। ਕਿਉਂਕਿ ਪਿਛਲੇ ਦਿਨ ਤੁਹਾਡੇ ਫਾਰਮ 'ਚ ਅਸੀਂ ਗਏ ਹਾਂ ਜੀ ਜੀ, ਅਤੇ ਲਸਣ ਦੀ ਖੇਤੀ ਕੀਤੀ ਤੁਸੀਂ ਕਰ ਰਹੇ ਹੋ, ਅਤੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰੀਏ ਕਿ ਜਿਹੜੀ ਇੱਥੇ ਦੀ ਕਿਸਾਨੀ ਅਤੇ ਭਾਰਤ ਦੀ ਕਿਸਾਨੀ, ਪੰਜਾਬ ਦੀ ਕਿਸਾਨੀ ਦੇ ਵਿੱਚ ਫ਼ਰਕ ਕੀ ਹੈ? ਬਹੁਤ ਵਧੀਆ ਸਵਾਲ ਹੈ ਤੁਹਾਡਾ ਜੀ। ਖੁਸ਼ਕਿਸਮਤੀ ਕਹਿ ਲਓ ਜੀ ਕਿ ਲੋਕ ਤਾਂ ਕੋਈ ਕਹਿੰਦਾ ਹੈ, ਕੋਈ ਫਿਲਮ ਐਕਟਰ ਕਹਿ ਰਿਹਾ ਕਿ ਮੈਂ ਕਿਸਾਨ ਦਾ ਪੁੱਤਰ ਹੈ, ਕੋਈ ਮੁਲਾਜ਼ਮ ਕਹਿ ਰਿਹਾ ਕਿਸਾਨ ਦਾ ਪੁੱਤਰ ਹੈ ਜੀ, ਪਰ ਮੈਨੂੰ ਮਾਣ ਹੈ ਕਿ ਮੈਂ ਆਪ ਵੀ ਕਿਸਾਨੀ ਕੀਤੀ ਹੈ ਔਰ ਕਿਸਾਨੀ ਕਿੱਤੇ ਨਾਲ, ਪਰਿਵਾਰ ਨਾਲ ਕਿਸਾਨ ਦਾ ਪੁੱਤਰ ਹੋਣ ਦਾ ਮੈਨੂੰ ਮਾਣ ਹੈ। ਦੂਜੀ ਗੱਲ, ਜਿੱਥੋਂ ਤੱਕ ਤੁਸੀਂ ਖੇਤੀ ਦਾ ਇੱਥੋਂ ਹੀ ਤਾਂ ਉੱਥੋਂ ਹੀ ਦਾ ਸਵਾਲ ਹੈ, ਸੰਨ 1966-65 ਤੋਂ ਬਾਅਦ ਜਦੋਂ ਦੇਸ਼ 'ਚ ਅੰਨ ਦਾ ਕਾਲ ਪੈ ਗਿਆ ਸੀ ਸਾਡੇ 'ਚ ਜੀ, ਤਾਂ ਸਾਡੇ ਮੁੱਖ ਮੰਤਰੀ ਤੁਸੀਂ ਸੁਣਿਆ ਹੋਣਾ ਪ੍ਰਤਾਪ ਸਿੰਘ ਕੈਰੋਂ ਸਾਹਿਬ ਜੀ, ਉਹ ਬਾਹਰੋਂ ਪੜ੍ਹ ਕੇ ਗਏ ਸੀ, ਬੜੇ ਸਿਆਣੇ ਸੀ। ਉਹਨਾਂ ਨੇ ਇੱਥੇ ਤਕਨੀਕਾਂ ਵੇਖੀਆਂ ਸੀ ਖੇਤੀ ਦੀਆਂ, ਇੱਥੇ ਫਾਰਮ ਵੱਡੇ ਸੀ, ਇੱਥੇ ਨਵੀਂ ਟੈਕਨੀਕ ਦੀ ਖੇਤੀ ਸੀ, ਸਾਡੇ ਉੱਥੇ ਉਦੋਂ ਤਕਰੀਬਨ ਮਸ਼ੀਨਰੀ ਨਹੀਂ ਸੀ ਆਈ। ਤਾਂ ਦੂਜੇ ਪਾਸੇ ਸ਼ਾਸਤਰੀ ਸਾਹਿਬ ਉਦੋਂ ਪ੍ਰਧਾਨ ਮੰਤਰੀ ਵੀ ਰਹੇ ਸੀ ਜੀ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਦੇਸ਼ ਭੁੱਖ ਦੇ ਨਾਲ ਲੜ ਰਿਹਾ ਸੀ। ਲੋਕ ਤਰੱਕੀ ਵੱਲ ਜਾ ਰਹੇ ਸੀ ਪਰ ਸਾਡਾ ਦੇਸ਼ ਰੋਟੀ ਦੀ ਲੜਾਈ ਲੜ ਰਿਹਾ ਸੀ। ਤਾਂ ਸਾਨੂੰ ਵੀ ਇਹ ਲੋੜ ਪਈ ਕਿ ਅਸੀਂ ਵੱਧ ਤੋਂ ਵੱਧ ਅਨਾਜ ਪੈਦਾ ਕਰੀਏ, ਤਾਂ ਉਹਦੇ ਲਈ ਕੁਛ ਬੈਲਟਸ ਨੂੰ ਚੁਣਿਆ ਗਿਆ ਹਿੰਦੁਸਤਾਨ 'ਚ, ਜਿਵੇਂ ਜਿਹਦੇ 'ਚੋਂ ਪਹਿਲਾ ਨੰਬਰ ਪੰਜਾਬ ਦਾ ਸੀ। ਇੱਥੇ ਇਰੀਗੇਸ਼ਨ ਲਈ ਪਾਣੀ ਉਪਲਬਧ ਸੀ, ਉਦੋਂ ਵੀ ਖਾਲਿਆਂ ਖੁਲਿਆਂ ਨਾਲ ਸਿੰਚਾਈ ਹੁੰਦੀ ਸੀ, ਟਿਊਬਵੈੱਲ ਨਹੀਂ ਸੀ ਆਏ ਉਦੋਂ। ਤਾਂ ਸਾਡੇ ਪੰਜਾਬ ਨੇ ਉਹ ਨਵਾਂ ਮਾਡਲ ਫਾਲੋ ਕੀਤਾ। ਅਸੀਂ ਜ਼ਹਿਰਾਂ, ਖਾਦਾਂ, ਅਸੀਂ ਉਹ ਸਾਰਾ ਮਾਡਲ, ਨਵਾਂ ਟੈਕਨੀਕ ਦਾ ਨਵਾਂ ਮਾਡਲ ਅਪਣਾਇਆ, ਅਤੇ ਅਸੀਂ ਦੇਸ਼ ਦੇ ਅੰਨ ਭੰਡਾਰ ਦਾ 71%, ਇਹ ਬਹੁਤ ਵੱਡੀ ਮਤਲਬ ਪੂਲ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਸੀਗੀ ਸਾਡੀ ਜੀ, ਔਰ 71% ਜਿਹੜਾ ਇਹ ਸਾਡੀ ਸਟੇਟ ਨੇ ਕਣਕ ਪੈਦਾ ਕਰਕੇ ਕੇਂਦਰੀ ਪੂਲ ਦਾ ਲੋਕਾਂ ਦਾ ਢਿੱਡ ਭਰਿਆ, ਹਿੰਦੁਸਤਾਨ ਦਾ ਢਿੱਡ ਭਰਿਆ। ਅਤੇ ਇਹ ਜਿਹੜੀ ਇਹ ਸਿਲਸਿਲਾ ਚੱਲੀ ਗਿਆ 1961 ਦੇ ਵਿੱਚ ਜੀ। ਮੈਨੂੰ ਲੱਗਦਾ 45 ਕਰੋੜ ਪਾਪੂਲੇਸ਼ਨ ਸੀ ਸਾਰੇ ਦੇਸ਼ ਦੀ ਜੀ, ਜਿਹਦੇ 'ਚੋਂ 33 ਕਰੋੜ ਬੰਦਾ ਜਿਹੜਾ ਸੀ ਖੇਤੀ ਨਾਲ ਜੁੜਿਆ ਸੀ। ਉਸ ਤੋਂ ਪਿੱਛੋਂ ਪਾਪੂਲੇਸ਼ਨ 3 ਗੁਣਾ ਵੱਧ ਗਈ ਜੀ। ਜ਼ੋਰ ਲੱਗਿਆ ਸਰਕਾਰਾਂ ਦਾ ਵੀ ਅਸੀਂ ਖੇਤੀ 'ਚੋਂ ਬੰਦੇ ਕੱਢ ਕੇ ਇੰਡਸਟਰੀ 'ਚ ਪਾਈਏ, ਹੋਰ ਸੈਕਟਰਾਂ 'ਚ ਪਾਈਏ, ਸਰਵਿਸ ਸੈਕਟਰ 'ਚ ਪਾਈਏ। ਉਹ ਜ਼ੋਰ ਦੇ ਨਾਲ ਫਿਰ ਵੀ ਅੱਜ 72 ਕਰੋੜ ਜਿਹੜਾ ਬੰਦਾ ਹੈ ਉਹ ਹਿੰਦੁਸਤਾਨ ਦਾ ਖੇਤੀ ਦੇ ਨਾਲ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਰੂਪ 'ਚ ਜੁੜਿਆ ਹੋਇਆ ਹੈ, ਔਰ ਖੇਤੀ ਉਹਨਾਂ ਨੂੰ ਰੁਜ਼ਗਾਰ ਦਿੰਦੀ ਹੈ ਜੀ। ਹੋਇਆ ਇਹ ਕਿ ਜਿਹੜੇ ਦਾਦੇ ਕੋਲੇ ਜ਼ਮੀਨ ਜਿੰਨੀ ਸੀ ਉਹਦੀ ਤਾਂ ਉਹ 3 ਪੀੜ੍ਹੀਆਂ ਬਦਲ ਗਈਆਂ। ਪਾਪੂਲੇਸ਼ਨ 3 ਗੁਣਾ ਵੱਧ ਗਈ, ਜ਼ਮੀਨ ਉਦੋਂ ਘੱਟ ਗਈ ਕਿਉਂਕਿ ਸ਼ਹਿਰਾਂ 'ਚ ਜਿਹੜੀ ਸੀ ਕੋਲੋਨਾਈਜੇਸ਼ਨ ਹੋ ਗਈ, ਜ਼ਮੀਨ ਵੰਡੀ ਵੀ ਗਈ ਨਾ, ਜ਼ਮੀਨ ਵੰਡੀ ਗਈ, ਜ਼ਮੀਨ ਤਾਂ ਵੰਡੀ ਗਈ, ਔਰ ਪਰਿਵਾਰਾਂ ਵਿੱਚ, ਔਰ ਪਾਪੂਲੇਸ਼ਨ ਸਾਡੀ 3 ਗੁਣਾ ਵਧਣ ਕਰਕੇ ਜ਼ਮੀਨ ਘਰਾਂ ਦੇ ਰਕਬੇ ਕਲੋਨੀਆਂ ਦੇ ਹੇਠ ਆ ਗਈ ਜੀ, ਅਤੇ ਬੜਾ ਸਾਰਾ ਅੱਧਾ ਕਾਫੀ ਸਾਰਾ ਜਿਹੜਾ ਖੇਤੀਯੋਗ ਰਕਬਾ ਸੀ ਸਾਡਾ ਉਹ ਘੱਟ ਗਿਆ ਜੀ। ਸੋ ਸੰਕਟ, ਜਿੱਥੋਂ ਤੱਕ ਤੁਸੀਂ ਸਵਾਲ ਪੁੱਛਿਆ ਸੀ ਵੀ ਬਾਹਰ ਦੀ ਖੇਤੀ ਦਾ, ਇੱਥੇ ਐਵਰੇਜ ਲੋਕਾਂ ਕੋਲੇ, ਕਿਸਾਨਾਂ ਕੋਲੇ 440 ਏਕੜ ਜ਼ਮੀਨ ਹੈ ਇੱਕ ਬੰਦੇ ਕੋਲੇ। ਉੱਥੇ ਸਾਡੇ ਕੋਲੇ ਬਹੁਤਾ ਜਿਹੜਾ ਕਿਸਾਨ ਹੈ ਉਹ 5 ਤੋਂ 15 ਏਕੜ ਵਾਲਾ ਹੈ ਜਾਂ 4-5 ਏਕੜ ਦਾ ਮਾਲਕ ਹੈ ਜੀ, ਜਿਹੜਾ ਆਲਮੋਸਟ 70% ਜਿਹੜਾ ਸਾਡਾ ਦੇਸ਼ ਦਾ ਕਿਸਾਨ ਹੈ ਉਹਦੇ ਕੋਲ ਖੇਤੀ ਬੜੀ ਥੋੜ੍ਹੀ ਹੈ। ਕਿਉਂਕਿ ਛੋਟਾ ਕਿਸਾਨ ਤਾਂ ਇੱਥੇ ਹੈ ਹੀ ਨਹੀਂ ਨਾ, ਬਿਲਕੁਲ ਤੁਸੀਂ ਛੋਟਾ ਕਿਸਾਨ ਦੇਖਦੇ ਹੀ ਨਹੀਂ ਹੈ ਇੱਥੇ। ਛੋਟਾ ਕਿਸਾਨ ਨਹੀਂ, ਪਰ ਖੇਤੀ ਫਿਰ ਵੀ ਇੱਥੇ ਕਿਸਾਨ ਛੱਡ ਰਹੇ ਹੈ। ਹਰ 2 ਮਿੰਟ ਬਾਅਦ ਇੱਕ ਕਿਸਾਨ ਖੇਤੀ ਛੱਡ ਰਿਹਾ ਹੈ। ਕਿਸਾਨਾਂ ਦੀ ਗਿਣਤੀ 3% ਰਹਿ ਗਈ ਸਾਰੀ, ਔਰ ਹੋਰ ਤਾਂ ਹੋਰ ਖੇਤੀ ਇੱਥੇ ਵੀ ਇੰਨੇ ਭੈੜੇ ਸੰਕਟ ਵਿੱਚ ਹੈ। ਹਾਲਾਂਕਿ ਕਾਰਪੋਰੇਟ ਖੇਤੀ ਹੈ, ਵੱਡੇ ਲੈਵਲ 'ਤੇ ਖੇਤੀ ਕੀਤੀ ਜਾ ਰਹੀ ਹੈ, ਕੈਸ਼ ਕ੍ਰੌਪਸ ਬਹੁਤ ਜ਼ਿਆਦਾ ਪੈਦਾ ਕੀਤੀਆਂ ਜਾ ਰਹੀਆਂ। ਜਿਵੇਂ ਤੁਸੀਂ ਸਾਨੂੰ ਕਿਹਾ ਸੀ ਕਿ ਇੱਥੇ ਵੀ ਕਿਸਾਨ ਭੁੱਖ ਨਾਲ ਹੀ ਲੜ ਰਿਹਾ ਜੀ। ਸੋ ਜਿੱਥੋਂ ਤੱਕ ਸਵਾਲ ਸੀ ਖੇਤੀ ਦੇ ਸੰਕਟ ਦਾ, ਉਹ ਹੋਇਆ ਇਹ ਸੀਗੇ ਕਿ ਗਵਰਨਮੈਂਟ ਨੂੰ ਇਹ ਸੀ ਕਿ ਜਿਹੜੇ ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਸੀ ਕਾਫੀ ਲੋਕ ਜੀ, ਔਰ ਉਹ ਲੋਕ, ਉਹਨਾਂ ਦੇ ਲਈ ਫੂਡ ਨਿਊਟ੍ਰੀਸ਼ਨ ਵੈਲਿਊ ਨਹੀਂ ਸੀ ਮਿਲ ਰਹੀ। ਉਹਨਾਂ ਨੂੰ ਲੱਗਦਾ ਸੀ ਵੀ ਜੇ ਫੂਡ ਮਹਿੰਗਾ ਹੋ ਗਿਆ ਜੀ, ਜੇ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਅਨਾਜ ਮਹਿੰਗੇ ਹੋ ਗਏ, ਦੁੱਧ ਮਹਿੰਗਾ ਹੋ ਗਿਆ, ਤਾਂ ਇਨਫਲੇਸ਼ਨ ਜਿਹੜੀ ਹੈ ਨਾ
ਉਹ ਵੱਧ ਜੂਗੀ ਜੀ। ਇਨਫਲੇਸ਼ਨ ਨੂੰ ਕੰਟਰੋਲ ਕਰਨ, ਇਨਫਲੇਸ਼ਨ ਤੁਸੀਂ ਸਮਝਦੇ ਹੋ, ਮਨੀ ਜਿਹੜਾ ਡੀਵੈਲਿਊ ਹੁੰਦਾ ਰਹਿੰਦਾ, ਪੈਸੇ ਦਾ ਮੁੱਲ ਘਟਦਾ ਰਹਿੰਦਾ। ਦੱਸ ਰਹੀ ਹੈ। ਸੋ ਪੈਸੇ ਦਾ ਮੁੱਲ ਘਟਣ ਦੇ ਉੱਤੇ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਖੇਤੀ ਵਾਲੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੀ ਪ੍ਰਾਈਸ ਨਹੀਂ ਵਧਣ ਦਿੱਤੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਸਨ 70 ਦੇ ਵਿੱਚ ਜੀ ਜਾਂ 75 ਤੱਕ 76 ਰੁਪਏ ਕੁਇੰਟਲ ਕਣਕ ਹੁੰਦੀ ਸੀ। ਦੱਸ ਰਹੀ। ਜੇ ਉਦੋਂ ਤੁਸੀਂ ਮੁਲਾਜ਼ਮਾਂ ਦੀ ਤਨਖਾਹ ਵੇਖੋ, ਜਿਹੜੇ ਕਾਲਜ ਟੀਚਰਸ ਨੇ ਉਹਨਾਂ ਦੀਆਂ ਤਨਖਾਹਾਂ 120% ਵੱਧ ਗਈਆਂ, ਸਕੂਲ ਮਾਸਟਰਾਂ ਦੀਆਂ ਤਨਖਾਹਾਂ 150% ਤੋਂ 200% ਵੱਧ ਗਈਆਂ। ਜਿਹੜੇ ਲੋਕ ਕਾਰਪੋਰੇਟ ਸੈਕਟਰ ਦੇ ਨਾਲ ਜੁੜੇ ਸੀ ਉਹਨਾਂ ਦੀਆਂ ਤਨਖਾਹਾਂ ਤੇ ਉਹਨਾਂ ਦੀ ਇਨਕਮ 300% ਵੱਧ ਗਈ। ਪਰ ਤੁਸੀਂ ਯਾਦ ਹੋਣਾ ਤੁਹਾਨੂੰ, ਅਸੀਂ ਨਰਮੇ ਦੀ ਬੈਲਟ ਦੇ ਬੰਦੇ ਆ, ਜੇ ਕਾਟਨ ਬੈਲਟ ਫੇਲ ਨਾ ਹੁੰਦੀ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ। ਦੱਸ ਰਹੀ ਆ। ਤਾਂ ਉਹ ਜਿਹੜਾ ਕਿਸਾਨ ਦੀ ਇਨਕਮ ਸੀਗੀ ਉਹ 20 ਗੁਣਾ ਜਾਂ 25 ਗੁਣਾ 19 ਗੁਣਾ ਵਧੀਆ ਹੈ। ਜੇ 2016 ਦਾ ਅਸੀਂ ਅੰਕੜਾ ਚੱਕੀਏ ਤੇ 1976 ਦਾ ਅੰਕੜਾ ਚੱਕੀਏ, 40 ਸਾਲ ਬਾਅਦ ਕਿਸਾਨ ਦੀ ਇਨਕਮ 19 ਗੁਣਾ ਵਧੀਆ ਹੈ ਔਰ ਟੀਚਰ ਦੀ ਤਨਖਾਹ 200 ਗੁਣਾ ਵਧੀਆ ਹੈ। ਸੋ ਜੇ ਕਿਤੇ ਟੀਚਰ ਦੀ ਤਨਖਾਹ ਵੀ 19 ਗੁਣਾ ਵਧੀ ਤਾਂ ਮੇਰੇ ਖਿਆਲ ਕਿਸਾਨ ਦੀ ਥਾਂ ਤੇ ਟੀਚਰ ਆਤਮ ਹੱਤਿਆ ਕਰਦੇ, ਕਾਰਪੋਰੇਟ ਸੈਕਟਰ ਨਾਲ ਜੁੜੇ ਹੋਏ ਲੋਕ ਆਤਮ ਹੱਤਿਆ ਕਰਦੇ, ਕਿਸਾਨ ਆਤਮ ਹੱਤਿਆ ਨਹੀਂ ਕਰਦਾ ਸੀ। ਹੁਣ ਸੁਰਜੀਤ ਸਿੰਘ ਜੀ, ਇਹ ਹੈ ਕਿ ਦੇਖੋ ਜਿਹੜਾ ਬਿੱਲ ਸਰਕਾਰ ਨੇ ਲੈ ਕੇ ਆਂਦਾ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ? ਇਹ ਬਿੱਲ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਹੱਕ 'ਚ ਹੈ, ਕਿਸਾਨਾਂ ਲਈ ਠੀਕ ਹੈ, ਅਤੇ ਕਿਸਾਨ ਕਹਿ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਹਥਿਆਉਣਾ ਜੋ ਕੁਛ ਦੇਖੋ ਅੱਜ ਕਿਹੜੇ ਹਾਲਾਤ ਨੇ। ਤਕਰੀਬਨ 4-5 ਮਹੀਨੇ ਤੋਂ ਅੰਦੋਲਨ ਚੱਲ ਰਿਹਾ, 1 ਮਹੀਨਾ ਦਿੱਲੀ ਦੇ ਵਿੱਚ ਹੋ ਗਿਆ, ਕਿਸਾਨ ਸੜਕਾਂ 'ਤੇ ਠੰਡ 'ਚ ਬੈਠੇ ਨੇ ਅਤੇ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ। ਪਰ ਤੁਸੀਂ ਉਹ ਕਿਸ ਨਜ਼ਰੀਏ ਨਾਲ ਦੇਖਦੇ ਹੋ? ਜੇ ਸਰਕਾਰ ਕਹਿੰਦੀ ਠੀਕ ਹੈ, ਕਿਸਾਨ ਕਹਿੰਦੇ ਨਹੀਂ ਠੀਕ ਹੈ, ਵਾਟ ਯੂ ਥਿੰਕ? ਦੇਖੋ, ਮੈਂ ਕਾਫੀ ਇਸ ਕਿੱਤੇ ਨਾਲ ਵੀ ਜੁੜਿਆ, ਇੱਥੇ ਵੀ ਇਸ ਕਿੱਤੇ ਨਾਲ ਜੁੜਿਆ, ਤੁਸੀਂ ਪਹਿਲਾਂ ਦੱਸਿਆ ਹੈ। ਇਹ ਜਿਹੜੇ ਬਿੱਲ ਲੈ ਕੇ ਆਏ ਨਾ, ਮੈਂ ਤਾਂ ਕਹਿੰਦਾ ਕਿਸਾਨਾਂ ਲਈ ਵਧੀਆ ਹੋਇਆ ਹੈ, ਕਿਉਂਕਿ ਕਿਸਾਨ ਜਾਗ ਪਿਆ, ਦੇਸ਼ ਦਾ ਕਿਸਾਨ ਜਾਗ ਪਿਆ। ਕਿਸਾਨ ਨਾਲ ਧੱਕਾ ਤਾਂ 40 ਸਾਲ ਤੋਂ ਹੋ ਰਿਹਾ ਸੀ, ਔਰ ਇਹ ਬਿੱਲ ਲਿਆ ਕੇ ਤਾਂ ਮੈਨੂੰ ਇਹ ਲੱਗਿਆ ਕਿ ਸਰਕਾਰਾਂ ਨੇ, ਵੇਖੋ ਸਰਕਾਰਾਂ ਦੀ ਮਜਬੂਰੀ ਕੀ ਸੀ ਕਿ ਅਸੀਂ ਖੇਤੀਬਾੜੀ ਨਾਲ ਜੁੜੇ ਹੋਏ 60% ਬੰਦੇ ਆ ਜਿਹੜੇ ਅੱਜ ਦੇਸ਼ ਦਾ 72 ਕਰੋੜ ਬੰਦਾ, ਮੇਰੇ ਖਿਆਲ ਸੰਸਾਰ ਦੀ ਸਭ ਤੋਂ ਵੱਡੀ ਪਾਪੂਲੇਸ਼ਨ ਹੈ ਜੀ। 72 ਕਰੋੜ ਬੰਦਾ ਜਿਹੜਾ ਖੇਤੀ ਨਾਲ ਜੁੜਿਆ ਹੈ ਜੀ, ਔਰ ਉਹਨਾਂ ਦੇ ਫਾਰਮ ਛੋਟੇ ਹੁੰਦੇ ਜਾਂਦੇ। ਮਜਬੂਰੀ ਇਹ ਹੈ ਵੀ 4 ਕਿੱਲਿਆਂ ਵਾਲਾ ਬੰਦਾ ਨਾ ਤਾਂ ਟਰੈਕਟਰ ਅਫੋਰਡ ਕਰ ਸਕਦਾ ਹੈ, ਨਾ ਕਲਟੀਵੇਟਰ, ਤਵੀਆਂ, ਸੁਹਾਗੇ, ਟਰਾਲੀਆਂ। ਜਿਹੜੀ ਸੰਦਾਂ ਦੀ ਡੈਪਰੀਸ਼ੀਏਸ਼ਨ ਕਾਸਟ ਹੈ, ਸੰਦਾਂ ਦੀ ਕੀਮਤ ਘਟ ਜਾਣੀ ਹੈ, ਔਰ ਜੇ ਉਹ ਵਿਆਜ 'ਤੇ, ਬੈਂਕ ਦੇ ਵਿਆਜ 'ਤੇ ਵੀ ਲੈਂਦਾ ਹੈ, ਕਿਸਾਨ ਤਾਂ ਵੀ ਮਰਦਾ ਹੈ। ਕਿਸਾਨਾਂ ਦੇ ਘਰਾਂ ਦੇ ਵਿੱਚ ਆਮ ਤੌਰ 'ਤੇ ਜਿਹੜਾ ਪਰਿਵਾਰ ਦਾ ਮੁਖੀ ਹੈ, ਲੋਕ ਉਹਦੇ ਨੂੰ ਉਂਗਲ ਚੱਕਦੇ ਆ ਵੀ ਇਹਦੀਆਂ ਗਲਤ ਨੀਤੀਆਂ ਕਰਕੇ ਅਸੀਂ ਕਰਜ਼ੇ ਜਾ ਰਹੇ, ਅਸੀਂ ਇੰਨੀ ਮਿਹਨਤ ਕਰਦੇ ਹਾਂ, ਇੰਨੀ ਬੱਚਤ ਕਰਦੇ ਹਾਂ, ਕਿਰਸ ਕਰਦੇ ਹਾਂ ਅਸੀਂ, ਔਰ ਮਾਈਆਂ ਬੀਬੀਆਂ, ਪਰਿਵਾਰ ਸਾਰੇ ਮੁਖੀ ਤੇ ਉਂਗਲ ਚੱਕਦੇ ਆ। ਬੜੇ ਦਿਨ ਗਰੀਬ ਕਿਸਾਨ ਤਾਂ ਖਤਮ ਹੋ ਜਾਏਗਾ ਨਾ ਫਿਰ। ਦੇਖੋ, ਜਦੋਂ ਖੇਤੀ ਵਾਇਬਲ ਨਹੀਂ ਰਹਿ ਰਹੀ, ਖੇਤੀ ਭਾਵੇਂ 500 ਮਣ ਕਿੱਲੇ ਦੀ ਝੜ ਜਾਏ, ਕਿਸਾਨ ਤਾਂ ਵੀ ਕਰਜ਼ੇ ਚੋਂ ਨਿਕਲ ਸਕਦਾ। ਸੋ ਸਰਕਾਰਾਂ ਕਿਤੇ ਨਾ ਕਿਤੇ ਅਮਰੀਕਨ ਮਾਡਲ ਜਾਂ ਯੂਰਪੀਅਨ ਮਾਡਲ ਨੂੰ ਫਾਲੋ ਕਰਦੀਆਂ ਸੀ। ਯੂਰਪੀਅਨ ਮਾਡਲ ਜਿਹੜਾ ਸੀਗਾ ਉਹ ਵੱਧ ਤੋਂ ਵੱਧ ਲੋਕਾਂ ਨੂੰ ਹੋਰ ਧੰਦਿਆਂ 'ਚ ਇਨਵੋਲਵਮੈਂਟ ਦਾ ਸਾਧਨ ਸੀਗਾ। ਤਾਂ ਸਾਡੀਆਂ ਸਰਕਾਰਾਂ ਨੇ ਪਿਛਲੇ ਬਹੁਤ ਸਾਲਾਂ ਤੋਂ, ਵੈਟ ਸਮਝੌਤਿਆਂ ਤੋਂ ਵੀ ਪਹਿਲਾਂ ਸਾਡੀਆਂ ਸਰਕਾਰਾਂ ਨੇ ਜਦੋਂ ਵੀ ਫਾਲੋ ਕੀਤਾ, ਅਸੀਂ ਯੂਰਪੀਅਨ ਮਾਡਲ, ਅਸੀਂ ਵੈਸਟ ਦਾ ਮਾਡਲ, ਅਸੀਂ ਅਮਰੀਕਨ ਮਾਡਲ ਫਾਲੋ ਕੀਤਾ। ਅਮਰੀਕਾ 'ਚ ਦਾ ਆਪਣਾ ਡੇਅਰੀ, 500 ਡੇਅਰੀ ਵਾਲੀਆਂ ਗਾਵਾਂ ਦਾ ਇੱਕ ਮਾਲਕ, ਪਿਛਲੇ ਕੁਝ ਸਾਲ ਪਹਿਲਾਂ ਦੀ ਘਟਨਾ ਮੈਂ ਤੁਹਾਨੂੰ ਦੱਸਦਾ, 500 ਗਾਵਾਂ ਮਾਰੀਆਂ, ਫਿਰ ਉਹ ਆਪ ਗੋਲੀ ਮਾਰ ਕੇ ਮਰ ਗਿਆ। ਇਹ ਹਾਲ ਅਮਰੀਕਾ ਦੀ ਡੇਅਰੀ ਦਾ। ਪੰਜਾਬੀ ਦੀ ਇੱਕ ਕਹਾਵਤ ਹੈ ਵੀ ਵਾਹੀ ਵਾਲੇ ਦੇ ਪੱਲੇ ਰਹਿ ਗਈ ਤੂੜੀ ਤੇ ਡੈਰੀ ਵਾਲੇ ਦੇ ਪੱਲੇ ਰਹਿ ਗਈ ਰੂੜੀ। ਇਹ ਹਾਲ ਹੈ ਇੱਥੇ ਵੀ ਦੁੱਧ ਤੁਸੀਂ ਜਦੋਂ ਡੈਰੀ ਤੋਂ, ਫਾਰਮ ਜਿਹੜੇ ਬਾਹਰ ਨੇ, ਫਾਰਮਰ ਤੋਂ ਦੁੱਧ ਲੈਣ ਜਾਂਦੇ ਹੋ, ਤੁਹਾਨੂੰ ਵੇਚ ਨਹੀਂ ਸਕਦਾ, ਅਤੇ ਉਹਨਾਂ ਕੋਲੋਂ 50 ਸੈਂਟ ਦਾ ਤੁਹਾਨੂੰ ਜੇ ਮਿਲੇਗਾ ਅਤੇ ਸਟੋਰ ਤੋਂ ਮਿਲਦਾ ਤੁਹਾਨੂੰ ਜਾ ਕੇ $4 ਦਾ। ਇਹ ਵੀ ਤਾਂ ਗੱਲ ਹੈਗੀ ਆ ਨਾ, ਇੱਥੇ ਵੀ ਸਿਸਟਮ ਹੈ ਨਾ। ਵੇਖੋ, ਕਾਫੀ ਦੇਰ ਪਹਿਲਾਂ ਮੇਰੇ ਖਿਆਲ ਕਿਸਾਨ ਦੀ ਜਿਹੜੀ ਸੁਸਾਈਡ ਦਾ ਮਾਮਲਾ ਨਾ, ਇਹ ਕਾਫੀ ਸਾਲ ਪਹਿਲਾਂ 2000 ਤੋਂ ਹੀ ਚੱਲ ਪਿਆ ਸੀ। ਅਤੇ ਪ੍ਰੋਫੈਸਰ ਸਵਾਮੀਨਾਥਨ ਸਾਹਿਬ ਨੂੰ ਇਹਨਾਂ ਨੇ ਬੇਨਤੀ ਕੀਤੀ ਵੀ ਇੱਕ ਕਮਿਸ਼ਨ ਬਣਾਇਆ ਜਾਵੇ, ਨੈਸ਼ਨਲ ਕਮਿਸ਼ਨ ਫਾਰ ਫਾਰਮਰਸ ਜੀ, NCF ਉਹਨੂੰ ਕਹਿੰਦੇ ਸੀ। ਪ੍ਰੋਫੈਸਰ ਸਵਾਮੀਨਾਥਨ ਨੇ 5 ਰਿਪੋਰਟਾਂ ਦਿੱਤੀਆਂ ਜੀ। 2004 ਤੋਂ ਹਰ 6-6 ਮਹੀਨੇ ਬਾਅਦ ਰਿਪੋਰਟ ਦਿੰਦੇ ਰਹੇ ਸਵਾਮੀਨਾਥਨ ਸਾਹਿਬ। ਤਾਂ ਆਖਰੀ ਰਿਪੋਰਟ ਜਿਹੜੀ 2006 ਦੇ ਵਿੱਚ ਉਹਨਾਂ ਦੀ ਆਈ, ਉਹਨਾਂ ਨੇ ਕੁਛ ਗੱਲਾਂ, ਕੀ ਪੁਆਇੰਟ ਜਿਹੜੇ ਹਾਈਲਾਈਟ ਕੀਤੇ ਕਿ ਕਿਸਾਨ ਆਤਮ ਹੱਤਿਆ ਕਿਉਂ ਕਰਦਾ, ਇਹ ਸੇਵਾਂ ਦੇ ਰਾਹ ਵੱਲ ਕਿਉਂ ਪੈਂਦਾ ਜੀ। ਕਾਰਨ ਕੀ ਹੈ ਕਿ ਮਤਲਬ ਜਿਹੜਾ ਛੋਟਾ ਰੇਹੜੀ ਵਾਲਾ ਵੀ ਨਹੀਂ ਮਰ ਰਿਹਾ, ਛੋਟਾ ਮੁਲਾਜ਼ਮ ਆਤਮ ਹੱਤਿਆ ਨਹੀਂ ਕਰ ਰਿਹਾ, ਕਿਸਾਨ ਹੀ ਆਤਮ ਹੱਤਿਆ ਸਾਰੇ ਦੇਸ਼ 'ਚ ਕਿਉਂ ਕਰ ਰਿਹਾ। ਔਰ ਉਦੋਂ ਆਤਮ ਹੱਤਿਆ ਦੀ ਜਿਹੜੀ ਦਰ ਸੀਗੀ ਉਹ ਬਹੁਤ ਵੱਡੀ ਮਾਤਰਾ ਸੀ। ਅੱਜ ਵੀ ਜਿਹੜੇ ਕਿਸਾਨ ਆਤਮ ਹੱਤਿਆ ਕਰਦੇ, ਸਿਰਫ ਅੰਕੜਾ ਉਹਨਾਂ ਦਾ ਲਿਆ ਜਾਂਦਾ ਹੈ। ਆਤਮ ਹੱਤਿਆ ਜਦੋਂ ਪਰਿਵਾਰ ਦਾ ਮੁਖੀ ਕਰ ਜਾਂਦਾ ਹੈ, ਪਰਿਵਾਰ ਦੀਆਂ ਮਾਈਆਂ 'ਤੇ ਕੀ ਗੁਜ਼ਰਦੀ ਹੈ, ਪਰਿਵਾਰ ਦੇ ਬੱਚਿਆਂ 'ਤੇ ਕੀ ਗੁਜ਼ਰਦੀ ਹੈ,
ਕਰਜ਼ਾ ਤਾਂ ਉਵੇਂ ਹੀ ਰਹਿ ਜਾਂਦਾ। ਆਤਮ ਹੱਤਿਆ ਕਰਨਾ ਕਰਜ਼ਾ ਤਾਂ ਨਹੀਂ ਖਤਮ ਹੁੰਦਾ, ਪਰ ਉਹ ਕਰਜ਼ਾ ਟਰਾਂਸਫਰ ਹੋ ਕੇ ਬੀਬੀਆਂ ਦੇ ਉੱਤੇ ਲੋਡ ਪੈ ਜਾਂਦਾ ਹੈ, ਮਾਈਆਂ ਤੇ ਲੋਡ ਪੈ ਜਾਂਦਾ ਹੈ, ਭੈਣਾਂ ਤੇ ਲੋਡ ਪੈ ਜਾਂਦਾ ਹੈ, ਬੱਚਿਆਂ ਤੇ ਲੋਡ ਪੈ ਜਾਂਦਾ, ਜਿਹਦੇ ਕਰਕੇ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ, ਜਿਹਦੇ ਕਰਕੇ ਅਸਾਧ ਰੋਗ ਲੱਗਦੇ ਆ, ਔਰ ਉਮਰ ਤੋਂ ਪਹਿਲਾਂ ਵਿਚਾਰੀਆਂ ਚੱਲ ਵਸਦੀਆਂ। ਉਹਨਾਂ ਦਾ ਕੋਈ ਅੰਕੜਾ ਹਾਲੇ ਤੱਕ ਕਿਸੇ ਸਰਕਾਰ ਨੇ ਨਹੀਂ ਲਿਆ ਜੀ। ਤਾਂ ਜਿਹੜੀ ਇਹ ਸਮੱਸਿਆ ਇਹ ਬਹੁਤ ਵੱਡੀ ਹੈ। ਸਰਕਾਰਾਂ ਇਹਨੂੰ ਹੋਰ ਰੂਪ 'ਚ ਵੇਖਦੀਆਂ। ਸਰਕਾਰਾਂ ਦੇ ਪਿੱਛੇ ਦੇ ਨਾਲ ਜਿਹੜੇ ਕਾਰਪੋਰੇਟ ਵਰਲਡ ਦੇ ਲੋਕ ਹੈ ਉਹਨੂੰ ਇੱਕ ਫੂਡ ਦੀ ਮੰਡੀ ਵਜੋਂ ਵੇਖਦੇ ਆ, ਇੱਕ ਕਸਟਮਰ ਇੱਕ ਕੰਜ਼ਿਊਮਰ ਵਜੋਂ ਵੇਖਦੇ ਆ, ਉਪਭੋਗੀ ਵਜੋਂ ਵੇਖਦੀਆਂ ਸਰਕਾਰਾਂ ਜਾਂ ਸਰਕਾਰਾਂ ਦੇ ਨਾਲ ਜਿਹੜਾ ਕਾਰਪੋਰੇਟ ਵਰਲਡ ਹੈ। ਪਰ ਮੈਂ ਇਹ ਸਮਝਦਾ ਵੀ ਇਹ ਇਕੱਲੀ ਸਮੱਸਿਆ ਕਿਸਾਨ ਦੀ ਨਹੀਂ, ਸਮੱਸਿਆ ਮਜ਼ਦੂਰ ਦੀ ਵੀ ਹੈ। ਔਰ ਮਜ਼ਦੂਰ ਤੋਂ ਵੱਖਰਾ ਮੈਂ ਤੁਹਾਨੂੰ ਦੱਸਦਾ ਵੀ ਇਹ ਆਮ ਗੱਲ ਸਾਡੇ ਪੰਜਾਬੀ ਕਹਾਵਤ ਹੁੰਦੀ ਸੀ ਬਈ ਸ਼ਾਹ ਬਿਨਾਂ ਪਤ ਨਹੀਂ ਅਤੇ ਗੁਰੂ ਬਿਨਾਂ ਗਤ ਨਹੀਂ। ਪਰ ਮੈਂ ਇਹ ਤੁਹਾਨੂੰ ਦੱਸਣੀ ਚਾਹੁੰਦਾ ਹੈ ਬਈ ਜਿਹੜੇ ਮੇਰੇ ਆੜ੍ਹਤੀਏ ਵੀਰ, ਮੇਰੇ ਦੁਕਾਨਦਾਰ ਵੀਰ ਸਾਰੇ ਹਿੰਦੁਸਤਾਨ ਦੇ, ਕਿਉਂਕਿ ਸਭ ਤੋਂ ਬੈਸਟ ਮੰਡੀ ਸਿਸਟਮ ਪੰਜਾਬ 'ਚ ਹੈ। APMC ਦਾ ਜਿਹੜਾ ਸਿਸਟਮ ਹੈ, ਇੱਥੇ 6500 7000 ਮੰਡੀਆਂ ਨੇ, ਔਰ ਇੱਥੇ ਕਾਫੀ ਸਾਰੀਆਂ 1800 2000 ਮੰਡੀਆਂ ਨੇ, ਔਰ ਦੇਸ਼ 'ਚ 7000 ਮੰਡੀਆਂ ਨੇ ਜੀ। ਇਹ ਸਿਸਟਮ ਬੈਸਟ ਸਿਸਟਮ ਇਨਫਰਾਸਟਰਕਚਰ ਪ੍ਰੋਵਾਈਡ ਕਰਦਾ, ਨਾ ਕਿ ਕਿਸਾਨ ਦੀ ਇਨਕਮ ਵਧਾਉਂਦਾ। ਪਾਣੀ ਦੀ ਸਹੂਲਤ ਕਿਸਾਨ ਦੀ ਇਨਕਮ ਵੀ ਵਧਾਉਂਦੀ ਜੀ, ਬਿਜਲੀ ਦੇਣੀ ਕਿਸਾਨ ਦੀ ਇਨਕਮ ਨਹੀਂ ਵਧਾਉਂਦੀ, ਉਹਦੀ ਸਹੂਲਤ ਦਿੰਦੀ ਆ ਉਹਨਾਂ ਨੂੰ, ਪਰ ਇਨਕਮ ਝਾੜ ਜਿੰਨਾ ਮਰਜ਼ੀ ਹੋ ਜੇ ਜੀ। ਜਦੋਂ ਕਿਸਾਨ ਦੇ ਕੋਲੇ ਸੀਲਿੰਗ, ਜਦੋਂ ਜ਼ਮੀਨ ਥੋੜ੍ਹੀ ਰਹਿ ਗਈ, ਉੱਤੇ ਖਰਚੇ ਵੱਧ ਗਏ, ਰੇਹਾਂ ਸਪਰੇਆਂ ਦੇ ਖਰਚੇ ਵੱਧ ਗਏ, ਔਰ ਜਿਹੜਾ ਡੈਟ ਜਿੰਨਾ ਮਿਲਦਾ ਸੀ ਟਰੈਕਟਰ ਟਰਾਲੀਆਂ ਲੈਣ ਲਈ ਜਾਂ ਕਿਸਾਨ ਨੂੰ ਆਪਣੀ ਖਾਦਾਂ ਲੈਣ ਲਈ ਜਿਹੜਾ ਡੈਟ ਕਰਜ਼ਾ ਮਿਲਦਾ ਸੀ, ਜਿਹੜਾ ਉਹ ਹਾਈ ਪਰਸੈਂਟੇਜ ਦਾ ਮਿਲਦਾ ਸੀ। ਕਰਜ਼ੇ ਦਾ ਵਿਆਜ ਵੀ ਕਿਸਾਨ ਦੀ ਆਤਮ ਹੱਤਿਆ ਦਾ ਇੱਕ ਮੁੱਖ ਕਾਰਨ ਸੀ। ਮੈਂ ਜਿਹੜੀ ਗੱਲ ਵਾਪਸ ਉਸ ਗੱਲ 'ਤੇ ਆਉਣਾ ਹੈ ਕਿ ਜਿਹੜੇ ਮੇਰੇ ਆੜ੍ਹਤੀਏ ਵੀਰ ਹੈ, ਮੇਰੇ ਦੁਕਾਨਦਾਰ ਵੀਰ ਹੈ, ਛੋਟਾ ਕਿਸਾਨ, ਜਿਹੜੇ ਛੋਟੀ ਇੰਡਸਟਰੀ ਵਾਲੇ ਵੀਰ ਹੈ, ਇੱਕ ਗੱਲ ਯਾਦ ਰੱਖ ਲਓ, ਇਹ ਹਰੀਕੇਨ ਹੈ, ਇਹ ਤੂਫਾਨ ਹੈ ਕਾਰਪੋਰੇਟ ਵਰਲਡ ਦਾ। ਇਹ ਖਾ ਜਾਣਾ ਤੁਹਾਨੂੰ। ਇੱਕ ਵਾਲਮਾਰਟ ਖੁੱਲ੍ਹ ਗਿਆ ਤਾਂ 500 ਦੁਕਾਨ ਬੰਦ ਹੋ ਜਾਂਦੀ ਹੈ। ਦੱਸ ਭਾਈ, ਔਰ ਇੱਥੇ ਵੀ ਹੋਇਆ ਸੀ। ਇਹ ਨਾ ਕਹੋ ਕਿ ਕਿਸਾਨਾਂ ਦਾ ਸੰਘਰਸ਼ ਹੈ। ਤੁਸੀਂ ਕਿਸਾਨਾਂ ਦੀ ਸੁਸਾਈਡ ਦੀ ਗੱਲ ਕੀਤੀ। ਮੈਂ ਸੋਚਦਾ ਹੁੰਦਾ ਕਿ ਹਰ ਪੱਖ ਤੋਂ ਬੰਦੇ ਨੂੰ ਦੇਖਣਾ ਚਾਹੀਦਾ। ਜੇ ਹੁਣ ਕਹੀਏ ਕਿ ਅਸੀਂ ਇੱਥੇ ਬਾਹਰ ਰਹਿੰਦੇ ਹਾਂ, ਅਸੀਂ ਜ਼ਮੀਨ ਕਿਸੇ ਨੂੰ ਠੇਕੇ ਦਿੰਦੇ ਹਾਂ, ਅਸੀਂ 50,000 ਰੁਪਈਆ ਮੰਗਦੇ ਹਾਂ, ਠੀਕ ਆ, ਉਹ ਕਿਸਾਨ ਕਿਵੇਂ ਕਮਾ ਕੇ ਦੇਊਗਾ 50,000 ਰੁਪਈਆ ਤੁਹਾਨੂੰ? ਮੈਂ ਤਾਂ ਕਹਿੰਦਾ ਕਾਨੂੰਨ ਸਰਕਾਰ ਨੂੰ ਬਣਾਉਣਾ ਚਾਹੀਦਾ ਕਿ ਠੇਕਾ ਵੀ ਜਿਹੜਾ ਉਹ 20,000 ਰੁਪਈਆ ਚਾਹੀਦਾ। ਤੁਸੀਂ ਬਾਹਰ ਦੇ ਠੇਕੇ ਦੀ ਜਿਹਦੀ ਗੱਲ ਕੀਤੀ ਹੈ, ਮੈਂ ਕਈ ਦੁਆਬੇ 'ਚ ਇਹਨੂੰ ਕਹਿੰਦੇ ਹਾਲਾ। ਮੇਰੇ ਸਿੱਧੂ ਸਾਹਿਬ ਗੱਲ ਕਰਦੇ ਸੀ, ਕਹਿੰਦੇ ਹਾਲਾ ਵੱਧ ਗਿਆ ਸਾਡੇ ਵੀ ਹਾਲਾ ਕਹਿੰਦੇ। ਆਹ ਸੰਗਰੂਰ ਬਠਿੰਡੇ ਬੰਨੀ ਇਹਨੂੰ ਮਾਮਲਾ ਕਹਿੰਦੇ ਆ, ਕਈ ਥਾਵਾਂ 'ਤੇ ਠੇਕਾ ਕਹਿੰਦੇ ਆ। ਸੋ ਜਿੱਥੋਂ ਤੱਕ ਤੁਸੀਂ ਠੇਕੇ ਦੇ ਪ੍ਰਵਾਸੀ ਭਾਰਤੀਆਂ ਦੇ ਸੰਬੰਧ ਦਾ ਖਿਆਲ ਹੈ, 40 ਲੱਖ ਭਾਰਤੀ ਅਮਰੀਕਾ 'ਚ ਬੈਠਾ ਹੈ, 10 ਲੱਖ ਤੋਂ ਉੱਤੇ ਭਾਰਤੀ ਆਪਣੇ ਕੈਨੇਡਾ 'ਚ ਬੈਠਾ, ਹੋਰ ਥਾਵਾਂ 'ਤੇ ਬੰਦੇ ਬੈਠੇ ਆ। ਇੱਕ ਗੱਲ ਮੈਂ ਮੇਰੇ ਪ੍ਰਵਾਸੀ ਵੀਰਾਂ ਨੂੰ ਮੈਂ ਹੱਥ ਜੋੜ ਕੇ ਅਰਜ਼ ਕਰਦਾ, ਇਹ ਮੇਰੀ ਬੇਨਤੀ ਮੰਨ ਲਿਓ, ਤੁਹਾਡਾ ਹਾਲ ਓਨਾ ਮਾੜਾ ਨਹੀਂ ਜਿੰਨਾ ਉੱਥੇ ਬੈਠੇ ਕਿਸਾਨ ਦਾ ਮਾੜਾ ਹਾਲ ਹੈ। ਉੱਥੇ ਤਾਂ ਬੇਸਿਕ ਸਹੂਲਤਾਂ ਨੂੰ ਜੂਝ ਰਿਹਾ ਬੰਦਾ, ਰੋਟੀ ਦੇ ਲਈ ਲੜਾਈ ਲੜ ਰਿਹਾ ਬੰਦਾ। ਤੁਸੀਂ ਇਸ ਸਾਲ ਤੋਂ ਇੱਕ ਸਹੁੰ ਪਾ ਲਓ ਕਿ ਤੁਹਾਡੇ ਖੇਤ ਵਿੱਚ ਤੁਸੀਂ ਝੋਨਾ ਨਹੀਂ ਬੀਜਣ ਦੇਣਾ। ਉਹ ਝੋਨਾ ਤੁਹਾਡੀ ਫਸਲ ਨਹੀਂ, ਪਾਪੂਲਰ ਤੁਹਾਡਾ ਦਰਖਤ ਨਹੀਂ, ਸਫੈਦਾ ਤੁਹਾਡਾ ਦਰਖਤ ਨਹੀਂ। ਪੰਜਾਬ ਦਾ ਪਾਣੀ ਅਸੀਂ ਖਤਮ ਕਰ ਦਿਆਂਗੇ। ਅਸੀਂ ਪਾਣੀ ਵਾਸਤੇ ਬਿਲਕੁਲ ਚਿੰਤਾ ਨਹੀਂ ਕੀਤੀ। ਅੱਜ ਕਿਸਾਨ ਦਿੱਲੀ ਦੇ ਬਾਰਡਰ 'ਤੇ, ਸਿੰਘੂ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ, ਕੁੰਡਲੀ ਬਾਰਡਰ 'ਤੇ, ਉੱਥੇ ਵਿਚਾਰਾ 40-40 ਦਿਨਾਂ ਤੋਂ ਠੰਡ ਦੀਆਂ ਰਾਤਾਂ 'ਚ, ਪੋਹ ਮਾਘ ਦੀਆਂ ਰਾਤਾਂ 'ਚ ਉੱਥੇ ਬੈਠਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਠੇਕਾ ਨਾ ਲਈਏ। ਅਸੀਂ ਸਾਰਾ ਠੇਕਾ ਛੱਡ ਦਿਓ, ਸਾਡੀ ਜਾਨ ਨਹੀਂ ਨਿਕਲਦੀ। ਅਸੀਂ ਇੱਥੇ ਕੁਝ ਨਹੀਂ ਫਰਕ ਪੈਂਦਾ। ਜੇ ਅਸੀਂ ਉਹਨਾਂ ਦਾ ਠੇਕਾ, ਉਹ ਜ਼ਮੀਨ ਦਾ ਕਚੂੰਬਰ ਕੱਢ ਕੇ ਲਿਆ ਕੇ ਇੱਥੇ ਮਰਸੀਡੀਆਂ ਗੱਡੀਆਂ 'ਚ ਤੇਲ ਪਾਉਂਦੇ ਆ, ਅਸੀਂ ਸੋਹਣੇ ਕੱਪੜੇ ਲੈਂਦੇ ਹਾਂ, ਅਸੀਂ ਬੱਚਿਆਂ ਨੂੰ ਸੈਰਾਂ ਕਰਨ ਲਈ ਲੈ ਕੇ ਜਾਂਦੇ ਹਾਂ। ਮੈਂ ਇਹ ਗੱਲ ਤੁਹਾਨੂੰ ਦੱਸਾਂ ਕਿ ਜੇਕਰ ਅਸੀਂ ਨੋਟਸ ਆਫ ਅਸੈਸਮੈਂਟ, ਜਿਹਨੂੰ ਅਸੀਂ ਬੰਦੇ ਦੀ ਇਨਕਮ ਵੇਖਣੀ ਚਾਹੀਦੀ, ਇਮਾਨਦਾਰੀ ਨਾਲ ਆਪਣੀ ਇਨਕਮ ਦਾ ਦਸਵੰਧ ਜ਼ਰੂਰ ਕੱਢ ਕੇ ਦਿਓ। ਜੇ ਨਹੀਂ ਕੱਢ ਸਕਦੇ ਤਾਂ ਠੇਕਾ ਜ਼ਰੂਰ ਨਾ ਲੈ ਕੇ ਆਓ। ਇਹ ਗੱਲ ਮੰਨਣ ਨੂੰ ਕੋਈ ਤਿਆਰ ਨਹੀਂ ਹੋਏਗਾ। ਅਸੀਂ ਹਰ ਪਾਸੇ ਗੱਲ ਕਰਾਂਗੇ ਜ਼ਰੂਰ ਬਈ ਅਸੀਂ ਜੀ ਇੱਥੋਂ ਲੋਕੀ ਚੱਲ ਜਾਣਗੇ ਕਿਸਾਨ ਅੰਦੋਲਨ ਦੇ ਵਿੱਚ, ਅਸੀਂ ਹੱਕ 'ਚ ਹੈ, ਵੀ ਆਰ ਵਿਦ ਫਾਰਮਰਸ। ਕਿਸੇ ਨੂੰ ਆਹ ਗੱਲ ਕਹਿ ਕੇ ਦੇਖ ਲਓ, ਉਹਨਾਂ ਨੂੰ ਸਾਰਿਆਂ ਨੂੰ ਚੰਗੀ ਨਹੀਂ ਲੱਗਣੀ ਕਿ ਹੁਣ ਸਾਡੀ ਗੱਲ ਤੁਸੀਂ ਕਰ ਲਓ। ਅਸੀਂ ਗੱਡੀਆਂ 'ਤੇ ਹੂਟਰ ਵਜਾਉਣ ਜਾਣਦੇ ਹਾਂ, ਅਸੀਂ ਸਟਿੱਕਰ ਲਾਉਣ ਜਾਣਦੇ ਹਾਂ, ਅਸੀਂ ਚਾਹ ਦੀ ਪਿਆਲੀ ਪੀ ਕੇ ਤੂਫਾਨ ਲਿਆ ਦਿੰਦੇ ਹਾਂ, ਅਤੇ ਅਸੀਂ ਜ਼ਮਾਨਾ ਬਦਲ ਦਿੰਦੇ ਹਾਂ। ਸਵਾਦ ਤਾਂ ਹੈ, ਸਵਾਲ ਇਸ ਗੱਲ ਦਾ ਕਿ ਅਸੀਂ ਉੱਥੋਂ ਦੀ ਪੀੜ ਨਾਲ ਜੁੜ ਗਏ। ਸਾਨੂੰ ਇੱਥੇ ਹੂਟਰ ਵਜਾਉਣ ਦੇ ਨਾਲ ਸਾਡੀ ਕ੍ਰਾਂਤੀ ਨਹੀਂ ਆ ਜਾਣੀ। ਜਿਹੜੀਆਂ ਇੱਥੇ ਕ੍ਰਾਂਤੀਆਂ ਲਿਆਉਣ ਦੀਆਂ ਅਸੀਂ ਗਰਮ ਨਾਅਰਿਆਂ ਦੀਆਂ ਗੱਲਾਂ ਕਰਦੇ ਹਾਂ, ਗਰਮ ਗੱਲਾਂ ਕਰਨ ਦੇ ਨਾਲ ਕ੍ਰਾਂਤੀ ਨਹੀਂ ਆਉਣੀ। ਜੇ ਤੁਸੀਂ ਸੱਚੀ ਮੁੱਚੀ ਕ੍ਰਾਂਤੀ ਨਹੀਂ ਆਉਣੀ, ਅੱਜ ਸਹੁੰ ਪਾਓ ਤੁਸੀਂ। ਮੈਂ ਕਹਿੰਦਾ ਗਵਰਨਮੈਂਟ ਆਫ ਇੰਡੀਆ ਨੂੰ ਔਰ ਗਵਰਨਮੈਂਟ ਆਫ ਪੰਜਾਬ ਨੂੰ ਇਹ 2 ਰੂਲ ਬਣਾਉਣੇ ਚਾਹੀਦੇ ਆ ਕਿ ਜਿਹੜੇ ਲੋਕ ਮੁਲਾਜ਼ਮ ਲੱਗੇ, ਜਿਨ੍ਹਾਂ ਦੀ ਇਨਕਮ 50,000 ਰੁਪਏ ਤੋਂ ਇੰਡੀਆ ਵਾਲਿਆਂ ਦੀ ਜ਼ਿਆਦਾ ਮਹੀਨੇ ਦੀ ਬਾਹਰੋਂ ਇਨਕਮ ਆ ਰਹੀ ਹੈ, ਉਹਨਾਂ 'ਤੇ ਇਹ ਪਾਬੰਦੀ ਲਾ ਦੇਣ ਕਿ ਆਪਣੀ ਜ਼ਮੀਨ 'ਚ ਝੋਨਾ ਨਾ ਬੀਜਣ।
ਉਹ ਜਿਹੜੇ ਹੈਗੇ ਆ ਉਹ ਠੇਕੇ 'ਤੇ ਜ਼ਮੀਨ ਜਿਹੜੀ ਕਚੂੰਬਰ ਕੱਢ ਕੇ ਲੈ ਕੇ ਆ ਰਹੇ ਹੈ, ਉਹ ਬੰਦ ਕਰਨ, ਆਪਣੀਆਂ ਲੋੜਾਂ 'ਤੇ ਨਿਯੰਤਰਣ ਰੱਖਣ, ਕਾਬੂ ਰੱਖਣ ਆਪਣੇ ਆਪ 'ਤੇ। ਝੋਨਾ ਨਾ ਬੀਜਣ ਤੇ ਫਿਰ ਕੀ ਕਰਨਾ? ਦੇਖੋ ਹੋਰ ਫਸਲਾਂ 70-80 ਫਸਲਾਂ, 70-80 ਚੀਜ਼ਾਂ ਪਰਿਵਾਰ 'ਚ ਬੰਦਾ ਭੋਜਨ ਦੇ ਰੂਪ 'ਚ ਖਾਂਦਾ, ਜਿਨ੍ਹਾਂ 'ਚ ਸੌਂਫ ਆਉਂਦੀ ਹੈ, ਮਸਾਲੇ ਆ ਜਾਂਦੇ ਆ, ਸਬਜ਼ੀਆਂ ਆ ਜਾਂਦੀਆਂ, ਦੁੱਧ ਆ ਜਾਂਦਾ, ਫਰੂਟ ਆ ਜਾਂਦੇ ਆ। 7-8-9 ਫਰੂਟ ਸਾਡੀ ਪੰਜਾਬ ਦੀ ਧਰਤੀ, ਹਿੰਦੁਸਤਾਨ ਦੀ ਧਰਤੀ ਸਾਰੇ ਫਰੂਟ ਪੈਦਾ ਕਰਦੀ ਹੈ। ਔਰ ਜਦੋਂ ਕਿਉਂਕਿ ਕਿਸਾਨੀ ਕੋਈ ਸ਼ੌਕ ਜਾਂ ਕੋਈ ਬਿਜ਼ਨਸ ਨਹੀਂ ਹੈਗਾ, ਕਿਸਾਨੀ ਇੱਕ ਪੈਸ਼ਨ ਹੈ ਜੀ। ਕਿਸਾਨੀ ਨੂੰ ਇੱਕ ਪੈਸ਼ਨ ਦੇ ਵਜੋਂ ਲਿਆ ਜਾਣਾ ਚਾਹੀਦਾ। ਅਸੀਂ ਆਪਣੀਆਂ ਇੱਥੇ ਕੁਛ ਲੋਕ ਜਿਹੜੇ ਪ੍ਰਵਾਸੀ ਇੱਥੇ ਆਏ ਆ, ਮੈਂ ਇੱਕ ਮਾਧਿਅਮ ਦੇ ਰਾਹੀਂ ਇਹ ਗੱਲ ਦੱਸ ਦੇਣੀ ਚਾਹੁੰਦਾ ਜੀ ਕਿ ਉਹਨਾਂ 'ਚੋਂ ਕਾਫੀ ਸਾਰੇ ਟੀਚਰ ਰਿਟਾਇਰ ਹੋ ਕੇ ਇੱਥੇ ਆ ਕੇ ਆਪਣੇ PR ਲੈ ਲਏ ਆ। ਕੁਝ ਲੋਕ ਆਰਮੀ 'ਚੋਂ ਇੱਥੇ ਬੰਦੇ ਆ, ਮੁਲਾਜ਼ਮ ਰਿਟਾਇਰ ਹੋ ਕੇ ਉੱਥੇ ਪੈਨਸ਼ਨ ਲੈ ਰਹੇ ਆ, ਉੱਥੋਂ ਦਾ ਮਾਮਲਾ, ਉੱਥੋਂ ਦਾ ਠੇਕਾ ਵੀ ਇੱਥੇ ਖਿੱਚ ਕੇ ਲਿਆ ਰਹੇ ਆ ਔਰ ਇੱਥੇ ਵੀ ਪੈਨਸ਼ਨ ਲੈ ਰਹੇ ਆ। ਉਸ ਤਰ੍ਹਾਂ ਦੇ ਬੰਦਿਆਂ ਦੀ ਗਿਣਤੀ ਹੋਣੀ ਚਾਹੀਦੀ ਹੈ। ਉਹਨਾਂ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਉੱਥੋਂ ਦੀ ਜ਼ਮੀਨ ਦਾ ਬਿਲਕੁਲ ਇਹ ਇਨਕਮ, ਉੱਥੇ ਟੈਕਸ ਲੱਗੇ ਇਹਨਾਂ ਦੇ ਉੱਪਰ। ਸਾਡੀ ਜ਼ਮੀਨ ਤਾਂ ਬਚੂਗੀ, ਸਾਡੇ ਜਿਹੜੇ ਝੋਨੇ ਹੇਠੋਂ ਰਕਬਾ ਸਾਡੇ ਚੋਂ ਤਾਂ ਘੱਟ ਨਿਕਲੂਗਾ। ਜਿਹੜੇ ਛੋਟੇ ਕਿਸਾਨਾਂ ਦੀ ਤਾਂ ਮਜਬੂਰੀ ਹੈ ਝੋਨਾ ਵੇਚਣਾ। ਹੁਣ ਸਰਕਾਰ ਕਹਿੰਦੀ ਕਿ ਅਸੀਂ ਕਾਨੂੰਨ ਜਿਹੜੇ ਰੱਦ ਨਹੀਂ ਕਰਨੇ, ਠੀਕ ਹੈ ਜੀ, ਤੇ ਕਿਸਾਨ ਕਹਿੰਦੇ ਯੈਸ ਔਰ ਨੋ। ਮੈਂ ਕਹਿੰਦਾ ਇਸ ਅੜੀ ਦੇ ਉੱਤੇ ਮੈਂ ਕਹਿੰਦਾ ਦੇਖੋ, ਪਹਿਲੀ ਗੱਲ ਤਾਂ ਅੜੀ ਰਾਜੇ ਨੂੰ ਨਹੀਂ ਕਰਨੀ ਚਾਹੀਦੀ। ਹਿਊਨ ਸਾਂਗ ਇੱਕ ਚੀਨੀ ਯਾਤਰੀ ਭਾਰਤ 'ਚ ਕੋਈ 15 ਸਾਲ ਰਹਿ ਕੇ ਗਿਆ ਸੀ ਜੀ। ਉਹ ਆਚਾਰੀਆ ਬਣ ਗਿਆ ਸੀ, ਨਾਲੰਦਾ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ ਉਹ ਜੀ। ਤੁਹਾਨੂੰ ਯਾਦ ਹੋਵੇਗਾ ਉਹ ਜਦੋਂ ਪੰਜਾਬ 'ਚ ਆਇਆ ਤੇ ਹਰਸ਼ਵਰਧਨ ਦਾ ਰਾਜ ਸੀ। ਹਰਸ਼ਵਰਧਨ ਦੇ ਰਾਜ ਬਾਰੇ ਹਿਊਨ ਸਾਂਗ ਕਹਿੰਦਾ ਹੈ, ਆਪਣੀ ਗੱਲ 'ਚ ਲਿਖਦਾ ਹੈ ਕਿ ਹਰਸ਼ਵਰਧਨ ਇਹ ਕਹਿੰਦਾ ਸੀ ਕਿ ਜੇ ਉਹਦੇ ਰਾਜ ਵਿੱਚ ਇੱਕ ਵੀ ਬੰਦਾ ਭੁੱਖਾ ਹੈ, ਇੱਕ ਵੀ ਬੰਦਾ ਛੱਤ ਤੋਂ ਬਗੈਰ ਸੌਂਦਾ ਤੇ ਰਾਜੇ ਨੂੰ ਖਾਣਾ ਖਾਣ ਦਾ ਕੋਈ ਹੱਕ ਨਹੀਂ। ਰਾਜਿਆਂ ਨੂੰ ਜਿੱਦ ਨਹੀਂ ਕਰਨੀ ਚਾਹੀਦੀ। ਸਰਕਾਰਾਂ ਅੰਨਦਾਤੇ ਨਾਲ ਜਿੱਦ ਨਹੀਂ ਕਰਦੀਆਂ ਹੁੰਦੀਆਂ, ਅੰਨਦਾਤੇ ਨਾਲ ਜਿੱਦ ਨਹੀਂ ਕਰਨੀ ਚਾਹੀਦੀ ਸਰਕਾਰਾਂ ਨੂੰ। ਅੰਨਦਾਤਾ ਤਾਂ ਅੰਨਦਾਤਾ ਹੀ ਹੁੰਦਾ ਜੀ। ਸੋ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਵੀ ਸਿਨੇਮਨ ਬੇਨਤੀ ਕਰਦਾ, ਕੋਈ ਜਿੰਨੇ ਵੀ ਅੱਜ ਤੱਕ ਕਮਿਸ਼ਨ ਬਣੇ ਆ ਉਹਨਾਂ 'ਚ ਕਿਸਾਨ ਤਾਂ ਲਏ ਹੀ ਨਹੀਂ ਗਏ। ਕਮਿਸ਼ਨ ਪਾਲਿਸੀ ਮੇਕਰਾਂ ਨਹੀਂ ਤਾਂ ਮਾਰਿਆ ਪੰਜਾਬ, ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ। ਹਿੰਦੁਸਤਾਨ ਦੀ ਕਿਸਾਨ ਪ੍ਰਤੀ ਜਿਹੜੀ ਪਾਲਿਸੀ ਸੀ ਉਹ ਸਹੀ ਨਹੀਂ ਰਹੀ ਸੀ। ਉਹ ਇੰਡਸਟਰੀ ਦੇ ਪੱਖੀ ਹੋ ਸਕਦੀ ਹੈ, ਹੋਰ ਸੈਕਟਰਾਂ ਦੇ ਪੱਖੀ ਹੋ ਸਕਦੀ ਹੈ। ਮੈਂ ਤੁਹਾਨੂੰ ਅੱਜ ਵੀ ਕਹਿੰਦਾ ਕਿ ਕਾਰਪੋਰੇਟ ਸੈਕਟਰ ਨੂੰ ਜਿੰਨੀ ਸਬਸਿਡੀ ਮਿਲਦੀ ਹੈ ਉਹਦਾ ਤੁਸੀਂ ਚੌਥਾ ਹਿੱਸਾ ਵੀ ਕਿਸਾਨ ਨੂੰ ਦੇ ਦਿਓ, ਕਿਸਾਨ ਫਿਰ ਜਿਉਂਦਾ ਹੋ ਜਾਊਗਾ, ਕਿਸਾਨ ਦੀਆਂ ਸਮੱਸਿਆਵਾਂ ਦਾ ਅੰਤ ਹੋ ਜਾਊਗਾ। ਤੁਸੀਂ ਬਿੱਲਾਂ ਦੀ ਗੱਲ ਕਰਦੇ ਹੋ ਜੀ, ਬਿੱਲ ਤਾਂ ਇਸ਼ੂ ਨਹੀਂ, ਬਿੱਲ ਇਸ਼ੂ ਦਾ ਬਿੱਲ ਤਾਂ ਨਾਲੋਂ ਵੀ ਵੱਡੇ, ਬਿੱਲ ਖਤਮ ਹੋਣ ਦੇ ਨਾਲ ਵੀ ਕਿਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣੀਆਂ ਜੀ। ਔਰ ਜਿਹੜੀ MSP ਹੈ, MSP ਦਾ ਮਤਲਬ ਇਹ ਹੈ ਕਿ ਜਿਹੜੀ ਕਾਸਟ ਆਈ ਹੈ ਕਿਸਾਨ ਦੀ, ਉਹਦੀ ਈਵਨ ਜਿਹੜਾ ਆਪ ਕੰਮ ਕਰਦਾ ਉਹਦੀ ਦਿਹਾੜੀ ਵੀ ਨਾ ਕੱਢੀਏ ਤਾਂ ਉਹਦਾ ਜਿਹੜੀ ਕਾਸਟ ਆਈ ਹੈ, ਕਾਸਟ ਦਾ 1.5 ਗੁਣਾ ਕਿਸਾਨ ਨੂੰ ਦੇ ਦਿਓ। ਕਿਸਾਨ ਦੀ ਜੌਬ ਬਹੁਤ ਹਾਰਡ ਹੈ। ਜਿਨ੍ਹਾਂ ਨੇ ਕਿਸਾਨੀ ਕੀਤੀ ਹੈ ਇਹ ਉਹਨਾਂ ਨੂੰ ਪਤਾ ਹੈ। ਕਦੇ ਸੋਕਾ ਮਾਰ ਗਿਆ, ਕਦੇ ਝਖੇੜਿਆਂ ਨੇ ਫਸਲ ਪੱਕੀ ਪਕਾਈ ਡਿੱਗ ਪਈ ਜੀ, ਝੋਨੇ ਨੂੰ ਥੋਤ ਮਾਰ ਗਈ। ਹੋਰ ਤਾਂ ਹੋਰ ਅਵਾਰਾ ਪਸ਼ੂ ਖਹਿੜਾ ਨਹੀਂ ਛੱਡਦੇ। ਮੈਂ ਰਾਤਾਂ ਨੂੰ ਵੇਖਦਾ ਸੀ ਕਿਸਾਨ ਬਾਹਰ ਸੜਕਾਂ ਦੇ ਉੱਤੇ ਪਹਿਰੇ ਦਿੰਦੇ ਸੀ, ਦਿਨੇ ਕੰਮ ਕਰਦੇ ਸੀ, ਰਾਤ ਨੂੰ ਪਹਿਰੇ ਦਿੰਦੇ। ਮੈਂ ਮਹਾਰਾਸ਼ਟਰ ਵੱਲ ਇੱਕ ਵਾਰੀ ਲੰਘ ਰਿਹਾ ਸੀਗਾ ਜੀ ਤੇ ਮੈਂ ਉੱਥੇ ਬਹੁਤ ਸਾਰੇ ਕੱਪੜੇ ਤਾਰਾਂ ਤੇ ਪਾਏ ਵੇਖੇ। ਮੈਂ ਕਿਹਾ ਜੀ ਇਹ ਕੀ ਹੈ? ਕਹਿੰਦੇ ਜੀ ਅਵਾਰਾ ਪਸ਼ੂਆਂ ਤੋਂ ਅਸੀਂ ਡਰਨੇ ਬਣਾਉਣੇ ਆ। ਕਿਸਾਨ ਤਾਂ ਦੀ ਜਿਹੜੀ ਹਾਰਡਸ਼ਿਪ ਹੈ ਨਾ, ਉਹ ਹੁਣ ਤਾਂ ਚਲੋ ਮਸ਼ੀਨਰੀ ਆ ਗਈ ਔਰ ਦੇਸ਼ ਦੇ ਕਈ ਹਿੱਸਿਆਂ 'ਚ ਮਸ਼ੀਨਰੀ ਨਹੀਂ ਆਈ। ਮਸ਼ੀਨਰੀ ਆਉਣ ਤੋਂ ਪਹਿਲਾਂ ਸਾਰਾ ਮੈਨੂਅਲ ਵਰਕ ਹੁੰਦਾ ਸੀ ਜੀ। ਜੇਠ ਹਾੜ ਦੀ ਸਾਰੀ ਗਰਮੀ ਕਿਸਾਨ ਦੀ ਉੱਥੇ ਨਿਕਲਦੀ ਸੀ। ਅੱਜ ਵੀ ਝੋਨਿਆਂ ਦੇ ਵਿੱਚੋਂ ਘਾਹ ਕੱਢਦਿਆਂ ਨਿਕਲਦੀ ਹੈ। ਪੋਹ ਮਾਘ ਦੀਆਂ ਰਾਤਾਂ ਨੂੰ ਰਾਤ ਨੂੰ ਪਾਣੀ ਲਾਉਂਦਾ, ਉਹ ਸੱਪਾਂ ਦੀਆਂ ਸਿਰੀਆਂ ਮੱਧਿਆ ਕਿਸਾਨ ਦੇ ਪੁੱਤ ਦਲੇਰ ਹੋਣ ਕਰਕੇ ਆਰਮੀ 'ਚ ਜਾਂਦੇ ਆ, CRP ਜਾਂਦੇ ਆ। ਸਾਡੇ ਦੇਸ਼ ਦੀ ਸਿਕਿਉਰਿਟੀ ਦਾ ਬਹੁਤਾ ਹਿੱਸਾ ਕਿਸਾਨਾਂ ਦਾ ਹੈ। ਸੋ ਮੈਂ ਇਹ ਸਰਕਾਰਾਂ ਨੂੰ ਸਿਨੇਮਨ ਬੇਨਤੀ ਕਰਦਾ ਵੀ ਇਹਨਾਂ ਨੂੰ ਪਿਆਰ ਨਾਲ ਇਹਨਾਂ ਨਾਲ ਗੱਲ ਕਰੋ, ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ। ਕਿਉਂਕਿ ਅਸੀਂ ਗੱਲਬਾਤ ਕਰ ਰਹੇ ਹਾਂ ਸਾਂਝਾ ਪੰਜਾਬ ਦੇ ਵਿੱਚ। ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਦਿੱਲੀ। ਸੁਸ਼ੀਲ ਦਸਾਂਝ ਸਾਹਿਬ ਵੀ ਸਟੈਂਡ ਬਾਈ 'ਤੇ ਨੇ। ਸੁਰਜੀਤ ਸਿੰਘ ਝਬੇਲ ਵਾਲੀ ਸਾਡੇ ਅੱਜ ਦੇ ਮਹਿਮਾਨ ਨੇ। ਸੁਰਜੀਤ ਸਿੰਘ ਜੀ, ਹਫ਼ਤੇ ਵਿੱਚ ਜਾਂ ਇੱਕ ਹਫ਼ਤਾ ਛੱਡ ਕੇ ਤੇ ਸਾਡੇ ਨਾਲ ਹਾਜ਼ਰੀ ਜ਼ਰੂਰ ਲਵਾਇਆ ਕਰੋ, ਕਿਉਂਕਿ ਮੈਨੂੰ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਲੱਗੀਆਂ ਕਿ ਤੁਹਾਨੂੰ ਜਾਣਕਾਰੀ ਬੜੀ ਇਸ ਬਾਰੇ। ਜੀ ਮੈਂ ਕਿੱਤੇ ਨਾਲ ਜੁੜਿਆ ਔਰ ਮੈਂ ਤਾਂ ਹੱਸਦਾ ਹੁੰਦਾ ਕਿ ਇੰਡੀਆ ਬੈਠੇ ਜਿਹੜੇ ਬਾਰਡਰ 'ਤੇ ਬੈਠੇ ਆ, ਮੈਨੂੰ ਬੜੀ ਹਮਦਰਦੀ ਆ ਉਹਨਾਂ ਨਾਲ। ਅੱਜ ਮੈਂ ਹੁੰਦਾ ਤਾਂ ਮੈਨੂੰ ਲੱਗਦਾ ਸੀ ਕਿ ਅਸੀਂ ਉੱਥੇ ਹੋਣਾ ਸੀ ਜੀ।
ਪਰ ਸਾਡੀ ਅਜੇ ਵੀ ਆਤਮਾ ਉੱਥੇ ਹੀ ਹੈ, ਸਾਡੇ ਤਾਂ ਸਰੀਰ ਇੱਥੇ ਬੈਠੇ ਆ। ਅਤੇ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਭਾਈਚਾਰਾ ਹੈ। ਤੁਸੀਂ ਦੇਖੋ ਵੈਸੇ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ। ਕਈ ਵਾਰੀ ਅਸੀਂ ਇੱਕ ਗੱਲ ਨੂੰ ਲੈ ਕੇ ਬਹਿ ਜਾਂਦੇ ਹਾਂ ਕਿ ਅਸੀਂ ਕਿਸਾਨੀ ਕਰਦੇ ਹਾਂ, ਤੁਸੀਂ ਕਿਸਾਨੀ ਕਰਦੇ ਹਾਂ, ਬਟ ਇਹ ਇੱਕ ਭਾਈਚਾਰ ਕਿਸਾਨ ਜਿਹੜੀ ਸਾਹਮਣੇ ਆਈ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹ ਕਹੂੰਗਾ ਜੀ ਵੀ ਭਾਈਚਾਰਾ, ਮੈਂ ਤਾਂ ਕਹਿੰਦਾ ਕਿਸਾਨਾਂ ਦੀ ਇਹ ਜਿੱਤ ਹੋ ਚੁੱਕੀ ਹੈ। ਕਿਸਾਨ ਤਾਂ ਜਿੱਤ ਚੁੱਕੇ ਹੈ ਜੀ, ਕਿਉਂਕਿ ਉਹ ਭਾਈਚਾਰ ਕਿਸਾਨ ਜਿਹੜੀ ਨਾ, ਉਹਨਾਂ ਨੇ ਜਿਹੜੀ ਉਦਾਹਰਨ ਦਿੱਤੀ ਹੈ ਸੰਸਾਰ ਭਰ ਦੇ ਵਿੱਚ। ਜਦੋਂ ਵੀ ਕਿਤੇ ਅੰਦੋਲਨਾਂ ਦਾ ਜ਼ਿਕਰ ਆਊਗਾ ਜੀ, ਤਾਂ ਸਾਡੇ ਇਤਿਹਾਸਕ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ, ਸਭ ਤੋਂ ਸ਼ਾਂਤੀਪੂਰਵਕ ਔਰ ਸਭ ਤੋਂ ਵੈਲ ਡਿਸਿਪਲਨਡ ਅੰਦੋਲਨ ਇਹ ਸਾਬਤ ਹੋਇਆ ਹੈ। ਇਹਦੇ ਬਾਰੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੂੰਗਾ ਜੀ ਕਿ ਇੱਕ ਐਗਜ਼ਾਮਪਲ ਦਿੰਦਾ ਛੋਟੀ ਜਿਹੀ। ਪਿੱਛੇ ਨਾ ਇੱਕ ਕਾਲੇ ਭਾਈਚਾਰੇ ਨਾਲ ਸੰਬੰਧਿਤ ਜਾਰਜ ਫਲੋਇਡ ਦੀ ਮੌਤ ਹੋ ਗਈ ਸੀ ਅਮਰੀਕਾ 'ਚ, ਸੁਣਿਆ ਹੋਣਾ ਤੁਸੀਂ ਜੀ, ਮਿਸੀਸਿਪੀ ਮੈਨੀਸੋਟਾ ਦੇ ਵਿੱਚ ਨਾ। ਉਹਨਾਂ ਨੇ 2-4 ਦਿਨਾਂ ਦੇ ਅੰਦੋਲਨ ਦੇ ਨਾਲ ਅਮਰੀਕਾ ਦੇ ਲੋਕਾਂ ਦਾ, ਸ਼ਹਿਰੀਆਂ ਦਾ ਨੱਕ 'ਚ ਦਮ ਕਰਤਾ ਸੀ। ਔਰ ਜਿਹੜਾ ਸਾਡਾ ਕਿਸਾਨ ਹੈ, ਇੱਦੋਂ ਵੱਧ ਅਨੁਸ਼ਾਸਨ, ਇੱਦੋਂ ਵੱਧ ਸਹਿਨਸ਼ੀਲਤਾ, ਇੱਦੋਂ ਵੱਧ ਸੇਵਾ ਭਾਵਨਾਵਾਂ ਵਾਲਾ ਅੰਦੋਲਨ ਮੈਂ ਜ਼ਿੰਦਗੀ 'ਚ ਨਾ ਕਿਤੇ ਪੜ੍ਹਿਆ ਅਤੇ ਨਾ ਕਿਤੇ ਵੇਖਿਆ ਸੀ। ਇੱਕ ਗੱਲ ਮੈਂ ਮੇਰੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਣੀ ਚਾਹਾਂਗਾ ਜੀ, ਆਹ ਜਿਹੜਾ ਸਿੰਘੂ ਬਾਰਡਰ ਹੈ ਨਾ ਜੀ, ਅਤੇ ਕੁੰਡਲੀ ਬਾਰਡਰ ਹੈ ਜਿਹੜਾ, ਇਹ ਬਾਰਡਰ ਦੇ ਜੇ ਤੁਸੀਂ ਸੱਜੇ ਪਾਸੇ ਵੇਖੋ ਤਾਂ ਸੋਨੀਪਤ, ਜ਼ਿਲ੍ਹਾ ਸੋਨੀਪਤ ਪੈਂਦਾ ਹੈ। ਉਹਦੇ ਨਾਲ ਜੇ 30 ਕਿਲੋਮੀਟਰ 'ਤੇ ਰੋਹਤਕ ਤੋਂ ਜਦੋਂ ਜਾਂਦੇ ਹਾਂ ਤਾਂ ਇੱਕ ਖਰਖਾਉਂਦਾ ਨਾਂ ਦਾ ਸ਼ਹਿਰ ਆਉਂਦਾ ਹੈ। ਇਹ ਤਹਿਸੀਲ ਖਰਖਾਉਂਦਾ ਹੈ। ਇਹਦੇ ਬਿਲਕੁਲ ਨਾਲ 5 ਕਿਲੋਮੀਟਰ 'ਤੇ ਇੱਕ ਸੇਰੀ ਖੰਡਾ ਪਿੰਡ ਹੈ। ਮੈਂ ਤੁਹਾਨੂੰ ਇਤਿਹਾਸ ਦੀ ਯਾਦ ਦਿਵਾਉਣਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਮੈਂ ਤੁਹਾਨੂੰ ਭਾਈਚਾਰੇ ਦੀਆਂ 2 ਐਗਜ਼ਾਮਪਲਾਂ ਦੇਵਾਂਗਾ, 2 ਮਹਾਂਪੁਰਖਾਂ ਦੀਆਂ ਐਗਜ਼ਾਮਪਲਾਂ ਦੇਵਾਂਗਾ। ਬਹੁਤਾ ਸਮਾਂ ਨਹੀਂ ਲੈਣਾ। ਨਹੀਂ, ਬਹੁਤ ਵਧੀਆ ਗੱਲ। ਆਪਣੇ ਕੋਲ ਨਾ ਤਕਰੀਬਨ 20-25 ਮਿੰਟ ਨੇ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ। ਜਿਹੜਾ ਖਰਖਾਉਂਦਾ ਦੇ ਨਾਲ ਸੇਰੀ ਖੰਡਾ ਪਿੰਡ ਹੈ ਨਾ, ਬਾਬਾ ਬੰਦਾ ਸਿੰਘ ਬਹਾਦਰ ਉੱਥੇ ਰੁਕਿਆ ਸੀ ਆ ਕੇ ਜੀ। ਉੱਥੋਂ ਡਿਸਪੈਚ ਕੀਤੀਆਂ ਸੀ ਲੈਟਰਸ ਸਾਰੇ ਪੰਜਾਬ ਦੇ ਮਾਝੇ 'ਚ, ਮਾਲਵੇ 'ਚ, ਦੁਆਬੇ 'ਚ ਅਤੇ ਹੋਰ ਵੀ ਮਤਲਬ ਪਹਾੜੀ ਖੇਤਰਾਂ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਨਾਮ ਲੈਵਾ ਸੰਗਤ ਬੈਠੀ ਸੀ। ਹੋਇਆ ਕੀ ਵੀ ਉਹ ਪਿੰਡ ਦਾਈਏ ਜਾਟਾਂ ਦਾ ਪਿੰਡ ਹੈ, ਸੇਰੀ ਖੰਡਾ। ਅਤੇ ਦਾਈਏ ਜਿਹੜੇ ਆ ਜਾਟ ਹੈ, ਬੜੇ ਜਿੱਦੀ ਕਿਸਮ ਦੇ, ਅੱਖਰ ਸੁਭਾਅ ਦੇ, ਅਤੇ ਪਰ ਦਿਲੋਂ ਬੜੇ ਸਾਫ਼ ਹੁੰਦੇ ਆ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਉਹ ਦਾਈਏ ਕਹਿੰਦੇ ਵੀ ਅਸੀਂ ਤਾਂ ਆਪ ਲੜਾਂਗੇ। ਗੁਰੂ ਸਾਹਿਬ ਦੀ ਜਿਹੜੀ ਸੂਬਾ ਸਰਹੰਦ ਦੀ ਜਿਹੜੀ ਲੜਾਈ ਸੀ, ਉਹ ਕਹਿੰਦੇ ਲੜਾਂਗੇ, ਪਰ ਜੀ ਅਸੀਂ ਜਿਹੜਾ ਸੀ ਉਹਨਾਂ ਦੇ ਜਾਤੀ ਪਾਤੀ ਦਾ ਪ੍ਰਭਾਵ ਸੀਗਾ, ਅਤੇ ਅਸੀਂ ਇਕੱਠੇ ਬਹਿ ਕੇ ਲੰਗਰ ਨਹੀਂ ਛਕਣਾ। ਬਾਬਾ ਬੰਦਾ ਸਿੰਘ ਬਹਾਦਰ ਬਹੁਤ ਹੀ ਸੂਝਵਾਨ ਜਰਨੈਲ ਸੀ ਸਾਡੇ ਕੌਮ ਦੇ। ਉਹ ਕਹਿੰਦੇ ਆਪਾਂ ਲੜਾਈ ਜਿੱਤ ਲਈਏ, ਇਹ ਮਸਲੇ ਛੋਟੇ ਆਪਾਂ ਹੱਲ ਕਰ ਲਾਂਗੇ ਬਾਅਦ 'ਚ, ਧਰਮਾਂ ਦੀਆਂ ਗੱਲਾਂ ਬਾਅਦ 'ਚ ਹੱਲ ਕਰ ਲਾਂਗੇ। ਤੁਸੀਂ ਹਿੰਦੂ ਹੈ, ਹਿੰਦੂ ਰਹੋ, ਪਰ ਆਪਾਂ ਸੱਚ ਦੀ, ਇਨਸਾਫ ਦੀ ਲੜਾਈ ਲੜੀਏ। ਇਤਿਹਾਸ ਗਵਾਹ ਹੈ, ਦਾਈਏ ਦੇ ਆਸੇ ਪਾਸੇ ਦੇ ਪਿੰਡਾਂ ਦੇ ਫਾਰਮਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਹਿੱਸਾ ਬਣੇ। ਜੇ ਤੁਸੀਂ ਦਿੱਲੀ ਉੱਥੇ ਕੁੰਡਲੀ ਬਾਰਡਰ ਦੇ ਨੇੜੇ ਜਾਏ ਹੋ, ਨਤਮਸਤਕ ਜ਼ਰੂਰ ਹੋਇਓ। ਵਾਹ ਜੀ। ਅਤੇ ਜਿਹੜੀ ਗੱਲ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ 'ਚ ਕਰਨੀ ਚਾਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉੱਥੇ ਦਿੱਲੀ ਕੈਦ ਸੀ, ਭਾਈ ਬਾਜ ਸਿੰਘ ਹੋਰਾਂ ਨੇ ਉਹਨੂੰ ਕਿਹਾ ਕਿ ਬਾਬਾ ਜੀ ਤੁਹਾਨੂੰ ਅਸੀਂ ਰਿਹਾ ਕਰਾ ਦਿੰਦੇ ਹਾਂ, ਤੁਸੀਂ ਨਿਕਲ ਸਕਦੇ ਹੋ। ਉਹ ਕਹਿੰਦੇ ਤੁਸੀਂ ਜ਼ਬਰ ਵੇਖਿਆ, ਹੁਣ ਸਬਰ ਦਾ ਇਮਤਿਹਾਨ ਹੈ। ਸੋ ਦਿੱਲੀ ਨੂੰ ਸਬਰ ਦਾ ਇਮਤਿਹਾਨ ਕਿੰਨਾ ਲੰਬਾ, ਮੈਂ ਇੱਕ ਐਗਜ਼ਾਮਪਲ ਦਿੰਦਾ ਜੀ। ਕਹਿੰਦੇ ਪਹਿਲਾਂ ਸੱਜਾ ਪੈਰ ਵੱਢਿਆ, ਫਿਰ ਖੱਬਾ ਪੈਰ ਵੱਢਿਆ, ਫਿਰ ਹੱਥ ਵੱਢਿਆ, ਫਿਰ ਉਹਨੇ ਸੱਜੀ ਅੱਖ ਕੱਢੀ ਬਾਬਾ ਬੰਦਾ ਸਿੰਘ ਬਹਾਦਰ ਦੀ। 3 ਮਹੀਨਿਆਂ ਤੋਂ ਰੋਟੀ ਨਹੀਂ ਖਾਧੀ ਸੀ, ਅਤੇ ਖਾਣ ਲਈ ਮਿਲਿਆ ਅਤੇ ਆਪਣੇ ਬੱਚੇ ਦਾ ਮਾਸ ਮਿਲਿਆ, ਤਾਂ ਵੀ ਸਬਰ ਨਹੀਂ ਡੋਲਿਆ। ਮੈਂ ਬੜਾ ਮਤਲਬ ਕਈ ਵਾਰੀ ਭਾਵੁਕ ਹੋ ਜਾਂਦਾ। ਅਤੇ ਦੂਜਾ ਜਿਹੜਾ ਮਹਾਂਪੁਰਖ ਜਿਨ੍ਹਾਂ ਦੀ ਅਸੀਂ ਅੱਜ ਅਸੀਂ ਸਬਰ ਦੀ ਗੱਲ ਕਰਾਂਗੇ, ਉਹ ਨਾਂ ਹੈ ਭਾਈ ਮਤੀ ਦਾਸ ਦਾ। ਅੱਜ ਅਸੀਂ ਬੜੇ ਚੇਤਿਆਂ 'ਚੋਂ ਸਿਰਫ ਇੰਨਾ ਹੀ ਨਾਂ ਜਾਣਦੇ ਹਾਂ। ਭਾਈ ਮਤੀ ਦਾਸ ਸਭ ਤੋਂ ਪਹਿਲਾਂ ਸ਼ਹੀਦੀ, ਈਵਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਸ਼ਹੀਦੀ ਭਾਈ ਮਤੀ ਦਾਸ ਦੀ ਪਈ ਸੀ ਜੀ। ਦਿੱਲੀ ਜਾਣਦੀ ਸੀ ਭਾਈ ਮਤੀ ਦਾਸ ਨੂੰ, ਬੰਦ ਕੋਠਾ ਦਿੱਲੀ ਜਾਣਦੀ ਸੀ ਮਤੀ ਦਾਸ ਨੂੰ ਕਿ ਮਤੀ ਦਾਸ ਦੇ ਪੜਦਾਦੇ ਭਾਈ ਪਰਾਗਾ ਜੀ, ਬਾਬਾ ਪਰਾਗਾ ਅਤੇ ਬਾਬਾ ਪੈੜਾ, ਉਸ ਤੋਂ ਪਹਿਲਾਂ ਸਿੱਖਾਂ ਦੇ ਕੋਲ ਸਿਰਫ ਕੀਰਤਨ ਸਿੱਖ ਕਰਿਆ ਕਰਦੇ ਸੀ। ਹਥਿਆਰਬੰਦ ਸੰਘਰਸ਼ ਬਾਬਾ ਪਰਾਗਾ ਜੀ ਲੈ ਕੇ ਆਏ ਸਿੱਖਾਂ 'ਚ। ਸਿੱਖਾਂ ਦੇ ਪਹਿਲੇ ਜਰਨੈਲ ਬਾਬਾ ਪਰਾਗਾ ਜੀ ਹੋਏ ਹੈ। ਇਹ ਵੱਖਰੀ ਗੱਲ, ਅਸੀਂ ਅੱਜ ਉਹਨਾਂ ਦੇ ਨਾਂ ਭੁੱਲ ਗਏ ਹਾਂ। ਦਿੱਲੀ ਜਾਣਦੀ ਸੀ ਕਿ ਭਾਈ ਮਤੀ ਦਾਸ ਬਾਬਾ ਪਰਾਗਾ ਜੀ ਦੀ ਸੰਤਾਨ ਹੈ, ਬਾਬਾ ਪਰਾਗਾ ਜੀ ਦੇ ਵੰਸ਼ ਵਿੱਚੋਂ ਹੈ, ਪੈੜਾ ਜੀ ਦੇ ਵੰਸ਼ ਵਿੱਚੋਂ ਹੈ, ਜਿਨ੍ਹਾਂ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿੱਦਿਆ ਦਿੱਤੀ ਸੀ। ਪਹਿਲੇ ਘੋੜਸਵਾਰ ਸੈਨਾ ਦੇ ਜਰਨੈਲ, ਸਿੱਖਾਂ ਦੇ ਪਹਿਲੇ ਜਰਨੈਲ, ਹਥਿਆਰਬੰਦ ਜਰਨੈਲ ਬਾਬਾ ਪਰਾਗਾ ਜੀ। ਰਹੀਲਾ ਦੀ ਜੰਗ ਸ਼ਹੀਦੀ ਪ੍ਰਾਪਤ ਕੀਤੀ, ਪਹਿਲੇ ਵੱਡੇ ਸ਼ਹੀਦ ਜੀ।
ਔਰ ਭਾਈ ਮਤੀ ਦਾਸ ਦੇ 3 ਸਪੁੱਤਰ ਸੀ। ਉਹਨਾਂ ਦਾ ਇੱਕ ਸਪੁੱਤਰ ਭਾਈ ਸਾਹਿਬ ਸਿੰਘ, ਜਿਹਨੇ ਬਾਬਾ ਦੀਪ ਸਿੰਘ ਹੋਰਾਂ ਨੂੰ, ਭਾਈ ਬਚਿੱਤਰ ਸਿੰਘ ਹੋਰਾਂ ਨੂੰ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਯੁੱਧ ਕਰਨਾ ਸਿਖਾਇਆ, ਸ਼ਸਤਰ ਵਿੱਦਿਆ ਦਿੱਤੀ। ਇਤਿਹਾਸਕਾਰ ਉਹਨਾਂ ਦੀ ਤੁਲਨਾ ਮਹਾਂਭਾਰਤ ਦੇ ਅਭਿਮਨੂ ਨਾਲ ਕਰਦਾ ਹੈ। ਭਾਈ ਮਤੀ ਦਾਸ ਜੀ ਉਸ ਖਾਨਦਾਨ ਦੇ ਬੰਦੇ ਸੀ। ਗੁਰੂ ਤੇਗ ਬਹਾਦਰ ਜੀ ਦਾ ਵੀ ਪਹਿਲਾ ਨਾਂ ਤਿਆਗਮੱਲ ਸੀ ਜੀ। ਜਦੋਂ ਉਹਨਾਂ ਨੇ ਤੇਗ ਵਾਹੀ ਤੇ ਉਹਨਾਂ ਦਾ ਨਾਂ ਤੇਗ ਬਹਾਦਰ ਮਿਲਿਆ। ਉਹ ਵੀ ਲੜਨਾ ਜਾਣਦੇ ਸੀ, ਪਰ ਸਬਰ ਦਾ ਇਮਤਿਹਾਨ ਸੀ ਉੱਥੇ। ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ, 2 ਐਗਜ਼ਾਮਪਲਾਂ ਚੋਂ ਉਹ ਵੀ ਯੋਧੇ ਸੀ। ਬਾਬਾ ਬੰਦਾ ਸਿੰਘ ਬਹਾਦਰ ਵੀ ਯੋਧੇ ਸੀ। ਉਹਨਾਂ ਯੋਧਿਆਂ ਹੋਇਆਂ ਨੇ ਅਨੁਸ਼ਾਸਨ ਦੀ ਪਾਲਣਾ ਕੀਤੀ ਤੇ ਆਪਣਾ ਸਬਰ ਨਹੀਂ ਛੱਡਿਆ, ਸ਼ਾਂਤੀ ਨਹੀਂ ਛੱਡੀ, ਆਪਣੀ ਸ਼ਾਂਤੀ ਬਣਾਈ ਰੱਖੀ। ਸੋ ਮੇਰੀਆਂ ਬੇਨਤੀਆਂ ਇਹ ਹੈ ਕਿ ਅਸੀਂ ਉਹਨਾਂ ਤੋਂ ਵੱਡੇ ਨਹੀਂ। ਜੇ ਸਾਨੂੰ ਸਾਡੇ ਕਿਸਾਨਾਂ ਦੇ ਲੀਡਰ, ਬੜੇ ਮੰਝੇ ਹੋਏ ਲੀਡਰ ਹੈ, ਰਾਜੇਵਾਲ ਸਾਹਿਬ ਹੈ, ਹੋਰ ਲੀਡਰ ਹੈ ਜਿਹੜੇ ਝੰਡੇਕਿਆਂ ਤੋਂ ਹੈ, ਆਪਣਾ ਸਰਜੀਤ ਸਿੰਘ ਫੂਲ ਹੈ, ਅਗਰਾਹਾਂ ਸਾਹਿਬ ਨੇ, ਇਹ ਬੜੇ ਮੰਝੇ ਹੋਏ ਲੀਡਰ ਹੈ। ਇਹਨਾਂ ਦੀਆਂ ਗੱਲਾਂ ਮੰਨਿਓ, ਇਕੱਲੇ ਜੋਸ਼ ਨਹੀਂ, ਹੋਸ਼ ਨਾਲ ਲੜਾਈਆਂ ਹੁੰਦੀਆਂ। ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣੀ ਚਾਹਾਂਗਾ, ਬਹੁਤ ਸਿਆਣੇ ਔਰ ਇੰਨੀ ਲੰਬੀ ਜਿਹੜੀ ਤੁਸੀਂ ਲੜਾਈ ਲੜ ਗਈ, ਤੁਸੀਂ ਜਿੱਤ ਆਲਰੇਡੀ ਤੁਹਾਡੀ ਪ੍ਰਾਪਤ ਹੈ, ਤੁਸੀਂ ਤਾਂ ਜਿੱਤ ਚੁੱਕੇ ਹੋ। ਬਿੱਲਾਂ ਦੇ ਹਾਰ ਰੱਦ ਹੋਣ ਜਾਂ ਜਿੱਤ ਹੋਣਾ ਤੁਹਾਡੀ ਜਿੱਤ, ਤੁਸੀਂ ਤਾਂ ਅਨੁਸ਼ਾਸਨ ਵਿਖਾਤਾ, ਤੁਸੀਂ ਤਾਂ ਜਿੱਤ ਚੁੱਕੇ ਹੋ। ਕਮਾਲ ਕਰਤੇ ਜੀ, ਤੁਸੀਂ ਭਾਈਚਾਰਕ ਸੰਬੰਧ ਕਾਇਮ ਕੀਤੇ ਆ। 70 ਕਰੋੜ ਕਿਸਾਨ ਤੁਸੀਂ ਅੱਜ ਬੁੱਕਲ 'ਚ ਉਹਨਾਂ ਨੂੰ ਲੈ ਸਕਦੇ ਹੋ। ਅੱਜ ਤੁਸੀਂ ਬਿੱਲਾਂ ਦੀ ਗੱਲ ਕਰਦੇ ਹੋ, ਤੁਸੀਂ ਦਿੱਲੀ ਦੀ ਗੱਲ ਕਰਦੇ ਹੋ। ਮੈਂ ਕਹਿੰਦਾ ਹਿੰਦੁਸਤਾਨ ਤੁਹਾਡੇ ਵੱਲ ਵੇਖ ਰਿਹਾ, ਤੁਹਾਡੀ ਮਦਦ ਵੱਲ ਵੇਖ ਰਿਹਾ। ਹਿੰਦੁਸਤਾਨ ਤੁਹਾਡੇ ਵੱਲ ਅੱਖਾਂ ਲਾਈ ਬੈਠਾ ਹੈ। ਤੁਸੀਂ ਸਿਆਣੇ ਬਣਿਓ, ਸਬਰ ਨਾਲ ਚੱਲਿਓ, ਹੋ ਸਕਦਾ ਹਿੰਦੁਸਤਾਨ ਦਾ ਰਾਜ ਤੁਹਾਡੇ ਪੈਰਾਂ 'ਚ ਹੋਵੇ। ਜੀ ਸਿੰਘ, ਇੱਥੇ ਇੱਕ ਦਿੱਲੀ ਦੇ ਕਮਿਸ਼ਨਰ ਸ੍ਰੀਵਾਸਤਵ ਜਦੋਂ ਆਏ ਕਿਸਾਨਾਂ ਕੋਲੇ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇਹ ਬਹੁਤ ਵਧੀਆ ਔਰਗੇਨਾਈਜ਼ ਤਰੀਕੇ ਨਾਲ, ਸ਼ਾਂਤਮਈ ਢੰਗ ਦੇ ਨਾਲ ਜਿਹੜਾ ਅੰਦੋਲਨ ਚਲਾ ਰਹੇ ਹੋ। ਦੇਖੋ, ਮੈਂ ਤਾਂ ਪਹਿਲਾਂ ਅਮਰੀਕਾ ਦੀ ਐਗਜ਼ਾਮਪਲ ਦਿੱਤੀ ਹੈ, ਮੈਂ ਹੋਰ ਐਗਜ਼ਾਮਪਲਸ ਫਰਾਂਸ ਦੇ ਵਿੱਚ ਆ, ਪਿੱਛੇ ਥਾਈਲੈਂਡ 'ਚ ਅੰਦੋਲਨ ਹੋਇਆ। ਲੋਕਾਂ ਦੇ ਸਟੋਰ ਤੋੜੇ ਗਏ, ਲੋਕਾਂ ਦੀਆਂ ਦੁਕਾਨਾਂ ਜਲਾਤੀਆਂ ਗਈਆਂ, ਵਹੀਕਲ ਸਾੜੇ ਗਏ। ਔਰ ਜਿਹੜਾ ਸਬਰ ਸਾਡੇ ਕਿਸਾਨ ਉੱਥੇ ਭਰਾ ਵਿਖਾ ਰਹੇ ਹੈ, ਇਹਨਾਂ ਨੂੰ ਸੱਚੀ ਇਹਨਾਂ ਦੇ ਨਤਮਸਤਕ ਹੋਣ ਜੀ ਕਰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬ ਦੀ ਲਾਜ ਰੱਖੀ ਹੈ, ਤੁਸੀਂ ਦੇਸ਼ ਦੀ ਲਾਜ ਰੱਖੀ ਹੈ, ਤੁਸੀਂ ਸਾਡੇ ਭਾਈਚਾਰੇ ਦੀ ਲਾਜ ਰੱਖੀ ਹੈ। ਅਸੀਂ ਬਾਹਰ ਬੈਠੇ ਤੁਹਾਡੇ 'ਤੇ ਮਾਣ ਕਰਦੇ ਹਾਂ। ਬਹੁਤ ਸਾਰੇ ਲੋਕ ਬਾਹਰ ਬੈਠੇ ਵੀ ਜਾਂ ਹੋਰ ਵੀ ਇਹ ਸੋਚ ਰਹੇ ਨੇ ਕਿ ਜਿਹੜੀ 30-32 ਕਿਸਾਨ ਜਥੇਬੰਦੀਆਂ ਨੇ, ਹੈ ਨਾ, ਅਤੇ ਇਹ ਅੰਦੋਲਨ ਇਸ ਟਾਈਮ ਪੂਰੇ ਪੀਕ 'ਤੇ ਪਹੁੰਚ ਚੁੱਕਾ। ਜਦੋਂ ਕੋਈ ਵੀ ਗੱਲਬਾਤ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ 10 ਬੰਦੇ ਆ ਜਾਓ, 12 ਆ ਜਾਓ, ਅਤੇ ਉਸ ਟਾਈਮ ਫਿਰ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਮਤਭੇਦ ਹੁੰਦੇ ਨੇ। ਤਾਂ ਇੱਕ ਲੀਡਰਲੈਸ ਜਿਹੜੀ ਆਪਾਂ ਕਹਿ ਸਕਦੇ ਅੰਦੋਲਨ ਬਹੁਤ ਵਧੀਆ ਚੱਲ ਰਿਹਾ, ਬਈ ਉਹਨੂੰ ਕੋਈ ਲੀਡ ਕਰਨ ਵਾਲਾ ਇੱਕ ਵਿਅਕਤੀ ਜੇ ਹੁੰਦਾ ਫਿਰ ਡਿਫਰੈਂਟ ਹੋਣਾ ਸੀ। ਅੱਜ ਹਜੇ ਆਪਾਂ ਕੁਛ ਕਹਿਣਾ ਮੁਸ਼ਕਿਲ ਹੈ ਵੀ ਸਫਲਤਾ ਕਿੱਥੇ ਤੱਕ ਮਿਲਦੀ ਹੈ। ਦੇਖੋ, 4000 ਜਥੇਬੰਦੀਆਂ ਕਿਸਾਨਾਂ ਦੀਆਂ ਸਾਰੇ ਦੇਸ਼ 'ਚ ਜੀ, ਔਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਸੁਣੇ ਜੀ। ਔਰ ਕੋਈ 30 ਜਥੇਬੰਦੀਆਂ ਇਕੱਠੀਆਂ ਨੇ, ਕੋਈ 4 ਜਥੇਬੰਦੀਆਂ ਇਕੱਠੀਆਂ ਨੇ, ਬੜੇ ਨਾਂ ਇਹਨਾਂ ਦੇ। ਪਰ ਫਿਰ ਵੀ ਇਹੋ ਜਦੋਂ 12 ਜਾਂ 13 ਬੰਦੇ ਤੱਕ ਸੀਮਤ ਹੋ ਜਾਂਦੇ, ਤਾਂ ਮੈਂ ਕਹਿੰਦਾ ਇੱਕ ਇਹਨਾਂ ਦਾ ਬਹੁਤ ਵੱਡਾ ਅਨੁਸ਼ਾਸਨ ਹੈ, ਬਹੁਤ ਵੱਡੀ ਜਿੱਤ ਹੈ। ਇਹ ਜਿੱਤ 'ਚ ਰੁਕਾਵਟ ਨਹੀਂ ਬਣਨੀ ਚਾਹੀਦੀ, ਜਿਹੜੀ ਕਿ ਮੈਨੂੰ ਨਹੀਂ ਸੱਦਿਆ ਜਾਂ ਦੂਸਰੇ ਨੂੰ ਨਹੀਂ ਸੱਦਿਆ। ਕਿਸਾਨ ਬੜੇ ਸੋਹਣੇ ਤਰੀਕੇ ਨਾਲ ਇਹ ਮੂਵਮੈਂਟ ਨੂੰ ਲੜ ਰਹੇ। ਉੱਧਰੋਂ ਟਕੈਤ ਸਾਹਿਬ ਲੜ ਰਹੇ ਹੈ, ਰਾਜਸਥਾਨ ਵਾਲੇ ਪਾਸਿਓਂ ਮਤਲਬ ਜਿਹੜੇ ਲੋਕ ਹੈ ਉਹ ਆ ਰਹੇ ਹੈ, ਮੱਧ ਪ੍ਰਦੇਸ਼ ਤੋਂ ਕਿਸਾਨ ਜੁੜ ਰਹੇ ਹੈ। ਔਰ ਦੁਨੀਆ ਭਰ ਦਾ ਜਿਹੜਾ ਕਿਸਾਨ ਹੈ ਇਹਨਾਂ ਵੱਲ ਅੱਖਾਂ ਲਾ ਕੇ ਬੈਠਾ ਹੈ। ਸਾਰੀ ਦੁਨੀਆ ਦਾ ਕਿਸਾਨ ਹੀ ਵਿਕਟਮ ਬਣਿਆ ਹੋਇਆ ਹੈ। ਮੈਂ ਤਾਂ ਕਹਿੰਦਾ ਅੱਜ ਵਿਕਟਮਸ ਨੂੰ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਦਾ ਦਰਦ ਸਾਂਝਾ, ਉਹਨਾਂ ਦੇ ਦੁੱਖ ਸਾਂਝੇ ਨੇ। 17 ਮੈਂ ਪੜ੍ਹ ਰਿਹਾ ਸੀ, 17 ਸਟੇਟਾਂ ਹਿੰਦੁਸਤਾਨ ਦੀਆਂ ਇਹੋ ਜਿਹੀਆਂ ਸੀ 2016 ਤੱਕ ਜਿੱਥੇ ਕਿਸਾਨ ਦੀ ਇਨਕਮ ਸਿਰਫ 1700 ਰੁਪਇਆ ਮਹੀਨਾ ਸੀ ਜੀ, ਜਿਹਦੇ 'ਚ ਉਹ ਇਕੱਲੀ ਆਟਾ ਵੀ ਨਹੀਂ ਖਾ ਸਕਦਾ ਔਰ ਕੁਛ ਵੀ ਨਹੀਂ ਕਰ ਸਕਦਾ। ਔਰ ਦੂਸਰੇ ਪਾਸੇ ਜਦੋਂ ਅਸੀਂ ਗੱਲ ਕੀਤੀ ਸੀ ਕਿ ਟੀਚਰ ਦੀ, ਸਕੂਲ ਟੀਚਰਾਂ ਦੀ 200 ਤੋਂ 300 ਗੁਣਾ ਵੱਧ ਗਈ, ਕਾਰਪੋਰੇਟ ਸੈਕਟਰ 'ਚ 300 ਤੋਂ 1000 ਗੁਣਾ ਤੱਕ ਵਾਧਾ ਹੋ ਗਿਆ। ਔਰ ਕਿਸਾਨ ਦੀ ਇਨਕਮ 45 ਸਾਲ 'ਚ ਆਹ ਪਛਤਾਵਾ ਕਰਨ ਦਾ ਸਮਾਂ ਮਿਲਿਆ ਸਰਕਾਰ ਨੂੰ ਕਿ ਅਸੀਂ 40 ਸਾਲ 'ਚ ਜਿਹੜਾ ਧੱਕਾ ਕੀਤਾ ਹੈ, ਜਿਹੜੀ ਬੇਇਨਸਾਫੀ ਕੀਤੀ ਹੈ ਕਿਸਾਨਾਂ ਨਾਲ, ਅੱਜ ਅਸੀਂ ਉਹਦੀ ਭਰਪਾਈ ਕਰੀਏ। ਔਰ ਇਹ ਬਿੱਲਾਂ 'ਤੇ ਅੜੇ ਖੜ੍ਹੇ ਹੈ। ਮੈਂ ਕਹਿੰਦਾ ਅੱਜ ਇਹਨਾਂ ਨੂੰ ਰੱਬ ਨੇ ਮੌਕਾ ਦਿੱਤਾ। ਉਹਨਾਂ ਅੱਜ ਇਹ ਬਹੁਤ ਥੋੜ੍ਹਾ ਬਜਟ ਜਿਹੜਾ ਕਾਰਪੋਰੇਟ ਦੀ ਜਿਹੜੀ ਸਬਸਿਡੀ ਹੈ, ਜੇ ਉਹਦਾ ਅੱਧਾ ਹਿੱਸਾ ਵੀ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਦੇਸ਼ ਦੇ ਕਿਸਾਨ ਸਾਰੇ ਹੀ ਕਰਜ਼ਾ ਮੁਕਤ ਹੋ ਜਾਣਗੇ। ਉਹਨਾਂ 'ਤੇ ਕੋਈ ਵੀ ਡੈਟ ਨਹੀਂ ਰਹੇਗਾ ਜਿਹਦੇ ਕਰਕੇ ਕਿਸਾਨ ਆਤਮ ਹੱਤਿਆ ਕਰਦਾ ਹੈ। ਫਿਰ ਸਰਕਾਰ ਆਪਣੇ ਹਿਸਾਬ ਦੇ ਨਾਲ ਕਿਉਂ ਨਹੀਂ ਸੋਚ ਰਹੀ? ਕਿਉਂਕਿ 1-2 ਬੰਦੇ ਜਿਹੜੇ ਨੇ ਉਹ ਸਾਰਾ ਕੰਟਰੋਲ ਕਰ ਰਹੇ। ਅਡਾਨੀ ਹੁਣੀ 2015 ਦੇ ਵਿੱਚ ਉਹ 40ਵੇਂ ਨੰਬਰ 'ਤੇ ਸੀ।
ਪਿਛਲੇ ਸਾਲ ਉਹ 5ਵੇਂ ਨੰਬਰ ਤੇ ਆ ਗਏ। ਤੁਸੀਂ ਹੁਣ ਦੇਖੋ ਆ ਕਿਸਾਨ ਅੰਦੋਲਨ ਕਰਕੇ ਮੁੜ ਕੇ ਫਿਰ ਉਹ 11ਵੇਂ ਨੰਬਰ ਤੇ ਆ ਗਏ ਕਿ ਉਹਨਾਂ ਦੇ ਸ਼ੇਅਰ ਇੰਨੇ ਡਰੋਪ ਹੋ ਗਏ। ਇਹ ਤਾਂ ਗੱਲ ਸਿਰਫ ਉਦੋਂ ਦੀ ਹੈ ਜਦੋਂ ਕਿਸਾਨ ਅੰਦੋਲਨਾਂ 'ਚ ਸਾਡੇ ਕਿਸਾਨ ਦੇ ਨੇਤਾਵਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਜੀਓ ਦੇ ਸੈਮੀਨਾਰ ਵਰਤੋ, ਜਿੱਥੋਂ ਤੱਕ ਉਹਨਾਂ ਦੀ ਪਹੁੰਚ ਗਈ। ਮੈਂ ਕਹਿੰਦਾ ਜਦੋਂ 40 ਲੱਖ ਭਾਰਤੀ ਅਮਰੀਕਾ 'ਚ ਬੈਠਾ ਹੈ, 13 ਲੱਖ ਭਾਰਤੀ ਕੈਨੇਡਾ 'ਚ ਬੈਠਾ, ਹੋਰ ਥਾਵਾਂ 'ਤੇ ਸਾਡੇ ਲੋਕ ਬੈਠੇ ਹੈ ਜੀ, ਜਦੋਂ ਉਹ ਜਾਗ ਪਏ ਤਾਂ ਉਹਨਾਂ ਨੂੰ ਪਤਾ ਲੱਗੂਗਾ। ਸਾਡੇ ਆਹ ਬਰੈਂਪਟਨ ਛੋਟਾ ਜਿਹਾ ਸਿਟੀ ਹੈ ਸਾਡਾ, ਹਰ ਤੀਜੇ ਘਰੇ ਰਿਲਾਇੰਸ ਦਾ ਜਿਹੜਾ ਉਹ ਵਾਟਰ ਟੈਂਕ ਲੱਗਿਆ ਹੋਇਆ ਹੈ, ਔਰ ਕਿੰਨਾ ਬੈਨੀਫਿਟ ਕੰਪਨੀ ਇੱਥੋਂ ਬਣਾ ਰਹੀ ਹੈ। ਜੇ ਕਿਤੇ ਮੈਂ ਕਹਿੰਦਾ ਅੰਬਾਨੀ ਸਾਹਿਬ ਵੀ ਸੁਣਦੇ ਹੋਣ ਤਾਂ ਉਹ ਇਹ ਸੋਚ ਰਹਿਣ ਕਿ ਜੇ ਕਿਤੇ ਇਹ ਲੋਕ ਜਾਗ ਪਏ ਤਾਂ ਇਹਨਾਂ ਨੇ ਜਾਗਰਤਾ ਹੋਰ ਫੈਲਾਤੀ ਤਾਂ ਉਹਨਾਂ ਦੀ ਕੰਪਨੀ ਦਾ 11ਵੇਂ ਸਥਾਨ 'ਤੇ ਤਾਂ ਹਜੇ ਪਹੁੰਚੀ ਹੈ। ਮੈਨੂੰ ਖਤਰਾ ਵੀ ਕਿਤੇ ਬਹੁਤ ਥੱਲੇ ਨਾ ਚਲੀ ਜਾਵੇ। ਸੋ ਉਹਨਾਂ ਨੂੰ ਇਹ ਗੱਲ ਨੂੰ ਸੀਰੀਅਸ ਲੈਣਾ ਚਾਹੀਦਾ ਹੈ। ਦੂਸਰੇ ਪਾਸੇ ਹੁਣ ਕਿਸਾਨ ਅੰਦੋਲਨ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ 30 ਤੇ 31 ਤਰੀਕ ਨੂੰ ਸੰਗਤਾਂ ਨੂੰ, ਲੋਕਾਂ ਨੂੰ, ਕਿਸਾਨਾਂ ਨੂੰ ਦੁਨੀਆ ਭਰ ਦੇ ਵਿੱਚੋਂ ਸੱਦਾ ਦਿੱਤਾ ਗਿਆ। ਨਾਲ ਇਹ ਕਿਹਾ ਕਿ ਤੁਸੀਂ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚੋਂ ਬਹੀਰਾ ਕੱਤ ਕੇ ਦਿੱਲੀ ਪਹੁੰਚੋ, ਆਓ ਆਪਾਂ ਨਵਾਂ ਸਾਲ ਰਲ ਕੇ ਦਿੱਲੀ 'ਚ ਮਨਾਈਏ। ਬਹੁਤ ਵਧੀਆ ਸਟੈਪ ਹੈ। ਜਿੱਥੇ ਹਲੇ ਵੀ ਕਿਸਾਨਾਂ ਨੂੰ ਇਹ ਪਤਾ ਨਹੀਂ ਕਿ ਸਾਡੀ ਲੁੱਟ ਹੋ ਰਹੀ ਹੈ, ਹਲੇ ਵੀ 1700 ਰੁਪਏ ਮਹੀਨੇ 'ਤੇ ਕਿਸਾਨ ਗੁਜ਼ਾਰਾ ਕਰ ਰਿਹਾ ਹੈ, ਹਜੇ ਵੀ MSP ਨਹੀਂ ਮਿਲ ਰਹੀ। ਔਰ ਮੈਨੂੰ ਹੈਰਾਨੀ ਹੈ ਕਿ ਸਿਰਫ 6% ਕਿਸਾਨ ਹੀ MSP ਦਾ ਲਾਹਾ ਲੈ ਰਹੇ ਹੈ। ਬਾਕੀ 94% ਕਿਸਾਨ ਦੱਬੇ ਕੁਚਲੇ ਲੋਕ, ਉਹ ਨਿਮਾਣੇ, ਉਹ ਨਤਾਣੇ ਸਾਡੇ ਪੰਜਾਬ ਦੇ। ਮੈਂ ਤਾਂ ਕਹਿੰਦਾ ਕਿਸਾਨਾਂ ਨੂੰ ਇਹ ਰੱਬ ਸਫਲਤਾ ਦੇਵੇ, ਉਹਨਾਂ ਨੂੰ ਬੁੱਕਲ 'ਚ ਰਹਿਣ, ਉਹਨਾਂ ਨੂੰ ਨਾਲ ਲੈ ਕੇ ਤੁਰਨ। ਜਿਹੜੇ ਇਹਨਾਂ ਨੇ ਸੱਦਾ ਕੀਤਾ ਇਹ ਬਹੁਤ ਵਧੀਆ ਸ਼ਲਾਘਾਯੋਗ ਕੰਮ ਕੀਤਾ ਹੈ। ਔਰ ਜੇਕਰ ਦੇਸ਼ ਦੀ ਜਨਤਾ ਇਹ ਜਾਗ ਪਈ, ਮੈਂ ਕਹਿੰਦਾ 70 ਕਰੋੜ ਕਿਸਾਨ ਬੈਠਾ ਹੈ, ਔਰ ਜਿਹੜਾ ਛੋਟਾ ਵਪਾਰੀ, ਛੋਟਾ ਕਾਰਖਾਨੇਦਾਰ, ਛੋਟੀ ਇੰਡਸਟਰੀ ਵਾਲਾ, ਜਦੋਂ ਉਹਨੂੰ ਰਾਅ ਮਟੀਰੀਅਲ ਮਹਿੰਗਾ ਮਿਲਿਆ, ਕਾਰਪੋਰੇਟ ਸੈਕਟਰ ਇੱਕ ਬਹੁਤ ਵੱਡਾ ਤੂਫਾਨ ਹੈ, ਇਹ ਸੁਨਾਮੀ ਹੈ, ਇਹਨੇ ਰੋੜ ਕੇ ਲੈ ਜਾਣੇ ਛੋਟੇ। ਅੱਜ ਤਾਂ ਉਹਨਾਂ ਨੂੰ ਸਿਰਫ ਕਿਸਾਨਾਂ ਦਾ ਮੁੱਦਾ ਲੱਗਦਾ। ਅਸਲ ਵਿੱਚ ਇਹ ਸਾਰੇ ਲੋਕਾਂ ਦਾ, ਮੱਧ ਵਰਗੀ ਲੋਕਾਂ ਦਾ, ਹੇਠਲੇ ਪੱਧਰ ਦੇ ਲੋਕਾਂ ਦਾ ਇਹ ਮੁੱਦਾ ਹੈ। ਇਹ ਸਰਮਾਏਦਾਰੀ ਦਾ ਮੁੱਦਾ ਨਹੀਂ, ਇਹ ਆਮ ਨਿਜ਼ਾਮ ਦਾ ਮਸਲਾ ਹੈ। ਇਹਨੂੰ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਮੈਂ ਕਹਿੰਦਾ ਜਿਹੜੇ ਛੋਟੇ ਦੁਕਾਨਦਾਰ ਵੀ ਸੁਣਦੇ ਆ ਸਾਡੀ ਤੁਹਾਡੇ ਮਾਧਿਅਮ ਦੇ ਰਾਹੀਂ, ਮੇਰੀ ਆਵਾਜ਼ ਪੰਜਾਬ ਦੇ ਵਪਾਰੀ ਵਰਗ ਤੱਕ ਜਾਂਦੀ ਹੋਵੇ, ਦੁਕਾਨਦਾਰਾਂ ਤੱਕ ਜਾਂਦੀ ਹੋਵੇ, ਸ਼ੈਲਰ ਮਾਲਕਾਂ ਤੱਕ ਜਾਂਦੀ ਹੋਵੇ, ਮੈਂ ਕਹਿੰਦਾ ਇਹ ਉਹਨਾਂ ਦਾ ਵੀ ਅੰਦੋਲਨ ਹੈ, ਉਹਨਾਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ, ਔਰ ਉਹਨਾਂ ਨੂੰ ਵੀ ਇਸ ਅੰਦੋਲਨ 'ਚ ਹਿੱਸਾ ਲੈਣਾ ਚਾਹੀਦਾ। ਨਾਲੇ ਇਕੱਲਾ ਕਿਸਾਨ ਅੰਦੋਲਨ ਤਾਂ ਹੈ ਹੀ ਨਹੀਂ। ਇਹ ਕਿਸਾਨਾਂ ਦੇ ਨਾਲ ਕਈ ਲੋਕੀ ਸੋਚ ਰਿਹਾ ਸੀ ਵੀ ਕਿ ਜਿਹਦੀ ਜ਼ਮੀਨ ਜ਼ਿਆਦਾ ਉਹ ਉੱਥੇ ਆ, ਜਿਹਦੀ ਜ਼ਮੀਨ ਨਹੀਂ ਵੀ ਉਹ ਵੀ ਉੱਥੇ ਆਇਆ ਹੋਇਆ। 80% ਜਿਹੜਾ ਕਿਸਾਨ ਹੈ ਉਹਦੇ ਕੋਲੇ 15 ਏਕੜ ਤੋਂ ਘੱਟ ਜ਼ਮੀਨ ਹੈ। 70% ਕਿਸਾਨ ਦੇ ਕੋਲੇ 10 ਏਕੜ ਤੋਂ ਘੱਟ ਜ਼ਮੀਨ ਹੈ। ਜੇ ਕੋਈ ਤੁਸੀਂ ਸਟੈਟਸ ਵੇਖੋ, ਮੈਂ ਕਹਿੰਦਾ ਕਿ ਜਿਹੜੀ ਨੀਤੀ ਸਰਕਾਰ ਲੈ ਕੇ ਆ ਰਹੀ ਹੈ, ਜਿਹੜਾ ਮਾਡਲ ਸਰਕਾਰ ਲੈ ਕੇ ਆ ਰਹੀ ਹੈ, ਉਹ ਮਾਡਲ ਅਮਰੀਕਾ ਦਾ ਮਾਡਲ ਹੈ, ਉਹ ਮਾਡਲ ਯੂਰਪ ਦਾ ਮਾਡਲ ਹੈ। ਉਹ ਯੂਰਪ ਵਿੱਚ ਫੇਲ ਹੋ ਚੁੱਕਿਆ ਮਾਡਲ ਹੈ। ਇੱਥੇ ਡੈਰੀ ਮਾਲਕ ਆਤਮ ਹੱਤਿਆ ਕਰ ਰਹੇ ਹੈ, ਇੱਥੇ ਕਿਸਾਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਿਆਹ ਨਹੀਂ ਹੁੰਦੇ ਜੀ। ਮੇਰੇ ਭੁੱਲਰ ਸਾਹਿਬ ਇੱਥੇ ਬੈਠੇ ਹੈ, ਸਾਡਾ ਸਾਂਝੇ ਦੋਸਤ 1200 ਏਕੜ ਦੀ ਖੇਤੀ ਕਰਦੇ ਆ, ਔਰ ਕਰਜ਼ੇ 'ਚ ਗੁਰਬਤ 'ਚ ਰਹਿ ਰਿਹਾ। ਉਹਨਾਂ ਨਾਲੋਂ ਇੱਕ ਟਰੱਕ ਡਰਾਈਵਰ ਚੰਗਾ ਹੈ। ਸੋ ਇਹ ਜਿਹੜਾ ਮਾਡਲ ਉਹਨਾਂ ਨੇ ਅਡੋਪਟ ਕੀਤਾ, ਇੱਥੇ 440 ਏਕੜ ਵਾਲਾ ਵੀ ਵਿਕਟਮ ਹੈ, ਉਹ ਵੀ ਫੇਲ ਕਿਸਾਨ ਹੋ ਰਿਹਾ, ਉਹ ਆਤਮ ਹੱਤਿਆ ਕਰ ਰਿਹਾ, ਉਹ ਕਰਜ਼ੇ ਦੇ ਵਿੱਚ ਹੈ। ਔਰ ਜਿੱਥੇ ਜ਼ਮੀਨ ਹੀ 4 ਏਕੜ ਆ ਰਹੀ ਹੈ, ਉਹ ਕਿਵੇਂ ਸਰਵਾਈਵ ਕਰੂਗਾ? ਤੁਹਾਡੇ ਕਹਿਣ ਦਾ ਮਤਲਬ ਇਹ ਕਿਸਾਨ ਅੰਦੋਲਨ ਜਿਹੜਾ ਇਹ ਇਕੱਲਾ ਭਾਰਤ ਦੇ ਵਿੱਚ ਹੀ ਨਹੀਂ ਹੈ, ਇਹ ਇੱਕ ਮਿਸਾਲ ਦੁਨੀਆ ਵਾਸਤੇ ਇਕੱਠੀ ਕਰੇਗਾ। ਕਿਉਂਕਿ ਜਿਹੜੀਆਂ ਨੀਤੀਆਂ ਉਹ ਸਾਰੀਆਂ ਕਿਸਾਨ ਮਾਰੂ ਨੇ ਜੀ। ਉਹ ਕਿਉਂਕਿ ਕਿਸਾਨਾਂ ਦਾ ਮੁੱਦਾ ਫੂਡ ਨਾਲ ਰਿਲੇਟਡ ਹੈ, ਔਰ ਜਿਹੜੀਆਂ ਸਰਕਾਰਾਂ ਉਹ ਫੂਡ ਦੇ ਮਾਮਲੇ 'ਚ ਇਨਫਲੇਸ਼ਨ ਨਹੀਂ ਹੋਣ ਦੇਣੀ ਚਾਹੁੰਦੀਆਂ। ਉਹ ਚਾਹੁੰਦੀਆਂ ਕਿ ਫੂਡ ਅਫੋਰਡੇਬਲ ਰਹੇ, ਲੋਕਾਂ ਨੂੰ ਅਫੋਰਡੇਬਲ ਫੂਡ ਮੁਹੱਈਆ ਕਰਨ ਵਾਸਤੇ ਕਿਸਾਨਾਂ ਦੀ ਉਪਜ ਦੀ ਕੀਮਤ ਨਹੀਂ ਉਹ ਵਧਣ ਦਿੰਦੀਆਂ। ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿ ਜਿਹੜੀ ਮਹਿੰਗਾਈ ਹੈ ਉਹ ਫੂਡ ਦੇ ਮਾਮਲੇ 'ਚ ਨਾ ਆਵੇ। 1980 ਦੇ ਵਿੱਚ ਜਿਹੜੀਆਂ ਕੀਮਤਾਂ ਸੀ ਉਹ ਕੀਮਤਾਂ ਤਾਂ ਫਰੀਜ਼ ਹੋ ਗਈਆਂ। ਨਰਮੇ ਦੀ ਕੀਮਤ, ਮੈਂ ਆਪ ਨਰਮੇ ਦਾ ਕਿਸਾਨ ਰਿਹਾ, ਅਸੀਂ ਨਰਮੇ ਦੇ ਮਾਰੇ ਇੱਥੇ ਆਏ ਹਾਂ। 1990 'ਚ ਨਰਮਾ 3000 ਨੂੰ ਸੀ, ਹੁਣ 5000 ਨੂੰ ਹੈ। ਔਰ ਬਾਕੀ ਸੈਕਟਰ ਦੇ ਵਿੱਚ ਜਿਹੜੀਆਂ ਕੀਮਤਾਂ ਹੈ, ਇਨਫਲੇਸ਼ਨ ਉਹ ਕਿੰਨੀ ਹੋਈ ਹੈ, ਕੀਮਤਾਂ 'ਚ ਵਾਧਾ ਕਿੰਨਾ ਹੋਇਆ, ਉਸ ਹਿਸਾਬ ਨਾਲ ਕਿਸਾਨ ਦੀ ਕੀਮਤ ਨਹੀਂ ਵਧੀ, ਜਿਹਦੇ ਕਰਕੇ ਕਿਸਾਨ ਸਿਵਾਂ ਦੇ ਰਾਹ ਪਿਆ ਹੋਇਆ। ਦੂਸਰੇ ਪਾਸੇ WTO ਦੀ ਗੱਲ ਕੀਤੀ ਜਾਂਦੀ। ਹਾਂਜੀ, ਅਤੇ ਉਹ ਜੇ ਆਪਾਂ ਕਹੀਏ ਕਿ ਜਦੋਂ ਭਾਰਤ ਉਹਦਾ ਮੈਂਬਰ ਬਣਿਆ, ਉਹਦੇ ਵਿੱਚ ਸਾਈਨ ਹੋਏ ਨੇ, ਅਤੇ ਨਾਲ ਦੂਸਰੇ ਮੁਲਕਾਂ ਦੇ ਨਾਲ ਭਾਰਤ ਨੇ ਵਪਾਰ ਕਰਨਾ, ਅਤੇ ਉਹ ਵੀ ਕੜੀ ਜਿਹੜੀ ਕਿਤੇ ਜੁੜਦੀ ਆ ਇਸ ਦੇ ਨਾਲ। ਜਦੋਂ ਵੈਟ ਸਮਝੌਤੇ ਨਹੀਂ ਹੋਏ ਸੀ, ਸਰਦਾਰ ਮਨਮੋਹਨ ਸਿੰਘ ਹੋਰੀ ਵੈਟ ਦੇ ਸਮਝੌਤੇ ਜਦੋਂ ਲੈ ਕੇ ਆਏ ਆ ਜੀ, ਉਸ ਤੋਂ ਪਹਿਲਾਂ ਕਾਰਪੋਰੇਟ ਦਾ ਸਮਾਨ, ਵੱਡੇ ਕਾਰਪੋਰੇਟ ਦਾ ਸਮਾਨ ਹਿੰਦੁਸਤਾਨ ਦੇ ਵਿੱਚ ਨਹੀਂ ਸੀ ਜਾ ਰਿਹਾ ਜੀ। ਸੋ ਕਾਰਪੋਰੇਟ ਨੂੰ ਭਾਰਤ ਇੱਕ ਮੰਡੀ ਵਜੋਂ, ਭਾਰਤ ਵਿੱਚ 17% ਵਰਲਡ ਦੀ ਪਾਪੂਲੇਸ਼ਨ ਉਸ ਕੰਟਰੀ 'ਚ ਬੈਠੀ ਹੈ, ਔਰ ਉੱਥੇ ਹਰ ਇੱਕ ਗੱਲ ਦਾ ਕਸਟਮਰ ਬੈਠਾ ਹੈ।
ਅੱਜ ਅਸੀਂ ਦੇਖਦੇ ਹਾਂ ਸਾਡੇ ਕੈਨੇਡਾ 'ਚ ਛੋਟੇ ਛੋਟੇ ਸ਼ਹਿਰ ਹੈ, ਕਿਸੇ ਸ਼ਹਿਰ ਦੀ ਆਬਾਦੀ 5,000 ਹੈ, ਕਿਸੇ 10,000 ਆਬਾਦੀ ਹੈ। ਉੱਥੇ ਕੀ ਕੋਈ ਵੱਡਾ ਸਟੋਰ ਖੋਲ੍ਹ ਕੇ ਕੀ ਕਰ ਲੈਣਗੇ, ਕੀ ਵੱਡਾ ਮਾਲ ਖੋਲ੍ਹ ਕੇ ਕਰ ਲੈਣਗੇ, ਕੀ ਵੱਡੀ ਇੰਡਸਟਰੀ ਚੱਲ ਜਾਣੀ ਹੈ ਉੱਥੇ। ਸੋ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਦੀ ਅੱਖ ਕਸਟਮਰ 'ਤੇ ਹੁੰਦੀ ਹੈ। ਜਿੱਥੇ ਕਸਟਮਰ ਜ਼ਿਆਦਾ ਹੁੰਦਾ ਉੱਥੇ ਉਹਦਾ ਧਿਆਨ ਹੁੰਦਾ, ਉੱਥੇ ਹੀ ਉਹ ਆਪਣੀ ਜਿਹੜੀ ਇੱਕ ਜੌਨ ਹੌਪਕਿਨ ਦੀ ਇੱਕ ਕਿਤਾਬ ਹੈ ਜਿਹਦੇ 'ਚ ਇੱਕ ਖੁਲਾਸਾ ਕੀਤਾ ਉਹਨੇ ਜੀ। ਉਹ ਕਹਿੰਦਾ ਮੈਂ ਇਕਨੋਮਿਕ ਕਿਲਰ ਹੈ ਅਤੇ ਮੈਂ ਖੁਲਾਸਾ ਕਰਦਾ, ਕਨਫੈਸ਼ਨ ਕੀਤਾ ਆਪਣਾ ਕਿ ਕਿਵੇਂ ਅਸੀਂ ਕੰਟਰੀਆਂ ਨੂੰ ਗਰੀਬ ਰਹਿਣ ਦਿੰਦੇ ਹਾਂ, ਕਿਵੇਂ ਉਹਨਾਂ ਕੰਟਰੀਆਂ ਦੇ ਵਿੱਚ ਪੁਲ ਮਾੜੇ ਹੁੰਦੇ ਆ, ਸੜਕਾਂ ਮਾੜੀਆਂ ਹੁੰਦੀਆਂ, ਹੈਲਥ ਸੇਵਾਵਾਂ ਨਹੀਂ ਹੁੰਦੀਆਂ, ਲੋਕ ਭੁੱਖ ਨਾਲ ਮਰ ਰਹੇ ਹੁੰਦੇ ਆ, ਔਰ ਅਸੀਂ 5 ਸਟਾਰ ਹੋਟਲ 'ਚ ਬੈਠ ਕੇ ਉਹਨਾਂ ਦੀਆਂ ਪਾਲਿਸੀਜ਼ ਤੈਅ ਕਰਦੇ ਹਾਂ ਜੀ। ਸੋ ਵੱਡੇ ਮਾਲ ਖੁੱਲ੍ਹਣੇ, ਵੱਡੇ ਇਹ ਇਨਫਰਾਸਟਰਕਚਰ ਜਿਹੜਾ ਦਿੱਤਾ ਜਾ ਰਿਹਾ ਇਹ ਕਿਸਾਨਾਂ ਲਈ ਤਾਂ ਹੈ ਨਹੀਂ। ਜਿਹੜੀਆਂ ਹਾਈਵੇਜ਼ ਵੀ ਬਣ ਰਹੀਆਂ ਕਿਸਾਨਾਂ ਲਈ ਤਾਂ ਹੈ ਨਹੀਂ। ਕਿਸਾਨਾਂ ਨੂੰ ਤਾਂ ਬਿਜਲੀ ਪਾਣੀ ਫ੍ਰੀ ਕਰਕੇ ਵੀ ਸਰਕਾਰਾਂ ਕਹਿੰਦੀਆਂ ਕਿ ਅਸੀਂ ਤੁਹਾਡੇ 'ਤੇ ਆਸਾਨ ਕੀਤਾ ਹੈ। ਮੈਂ ਕਹਿੰਦਾ ਕਿ ਇਹ ਸਮਾਂ ਆ ਗਿਆ 40 ਸਾਲ ਦੇ ਕੀਤੇ ਪਾਪਾਂ ਦਾ ਹੁਣ ਮਤਲਬ ਜਿਹੜਾ ਹੈਗਾ ਹਜੇ ਵੀ ਜੇ ਸਰਕਾਰ ਪਛਤਾਵਾ ਕਰਨਾ ਚਾਹਵੇ ਤਾਂ ਇਹਨਾਂ ਨੂੰ ਕਰਨਾ ਚਾਹੀਦਾ। 40 ਸਾਲ ਤੋਂ ਕਿਸਾਨ ਲੁੱਟਿਆ ਜਾ ਰਿਹਾ, ਇੱਕ ਦਿਨ ਦਾ ਨਹੀਂ। ਬਿੱਲ ਮਾਫ ਹੋਣ ਨਾਲ ਵੀ ਕਿਸਾਨ ਦਾ ਭਲਾ ਨਹੀਂ। ਕਿਸਾਨ ਦਾ ਭਲਾ ਉਦੋਂ ਹੋਊਗਾ ਜਦੋਂ ਕਿਸਾਨ ਦੇ ਲਈ ਇਮਾਨਦਾਰ ਪਾਲਿਸੀ ਬਣੂਗੀ, ਜਿਹੜੀ ਪਾਲਿਸੀ ਬਣਾਉਣ ਵਾਲਿਆਂ ਵਿੱਚ, ਨੀਤੀ ਘਾੜਿਆਂ ਵਿੱਚ ਕਿਸਾਨ ਬੈਠੂਗਾ। ਅੱਜ ਤੱਕ ਦੀਆਂ ਪਾਲਿਸੀਆਂ ਵਿੱਚ ਕਦੇ ਵੀ ਕਿਸਾਨ ਨੀਤੀ ਘਾੜਿਆਂ 'ਚ ਨਹੀਂ ਬੈਠਾ। ਹਿੰਦੁਸਤਾਨ ਦਾ ਇਤਿਹਾਸ ਕੱਢ ਕੇ ਵੇਖ ਲਓ, ਜਿੰਨੀਆਂ ਕਮਿਸ਼ਨ ਬਣੇ ਆ ਖੇਤੀ ਦੇ ਉੱਤੇ, ਜਿੰਨੀਆਂ ਪਾਲਿਸੀਜ਼ ਬਣੀਆਂ, ਕਿਸਾਨ ਦੀ, ਛੋਟੇ ਕਿਸਾਨ ਦੀ ਇਨਵੋਲਵਮੈਂਟ ਹੀ ਹੈ ਨਹੀਂ। ਔਰ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਕਿਸਾਨ ਯੂਨੀਅਨਾਂ ਦੇ ਲੋਕਾਂ ਨਾਲ ਬੈਠ ਕੇ, ਸੁਪਰੀਮ ਕੋਰਟ ਦਾ ਵੀ ਪਿੱਛੇ ਇੱਕ ਛੋਟਾ ਜਿਹਾ ਆਰਡਰ ਸੀਗਾ ਕਿ ਕਿਸਾਨਾਂ ਦੀਆਂ ਯੂਨੀਅਨ ਦੇ ਲੀਡਰਾਂ ਨੂੰ ਇਨਵੋਲਵ ਕਰੋ। ਪਾਲਿਸੀ ਉਹਨਾਂ ਦੇ ਪੁੱਛੇ ਬਿਨਾਂ ਬਣੀ ਹੈ, ਜਿਹਦੇ ਲਈ ਪਾਲਿਸੀ ਬਣੀ ਉਹਨੂੰ ਪੁੱਛਿਆ ਨਹੀਂ ਗਿਆ। ਇਹ ਬੜਾ ਵੱਡਾ ਇਨਜਸਟਿਸ ਹੈ, ਇਹ 'ਤੇ ਰੀਥਿੰਕ ਕਰਨ ਦੀ ਯਾਨੀ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਇਸ ਬਾਰੇ ਗੱਲਬਾਤ ਨਹੀਂ ਕੀਤੀ ਗਈ ਤੇ ਕਰੋਨਾ ਦੀ ਆੜ ਥੱਲੇ ਇਹ ਜਿਹੜੇ ਮੈਂ ਕਹਿੰਦਾ ਜੀ ਜੇ ਗਲਤੀ ਕਰ ਵੀ ਲਈ ਸਰਕਾਰ ਨੇ ਤਾਂ ਇੱਕ ਰਿਵਿਊ ਨਾਂ ਦੀ ਚੀਜ਼ ਹੁੰਦੀ ਹੈ ਜਿਹਦਾ ਮਤਲਬ ਬਣਦਾ ਪੁਨਰ ਵਿਚਾਰ ਕਰਨੀ। ਉਹ ਕਿਸਾਨ ਤੁਹਾਡੇ ਆਪਣੇ ਹੈ, ਕਿਸਾਨ ਤੁਹਾਡੇ ਅੰਨਦਾਤਾ ਨੇ, ਕਿਸਾਨ ਤੁਹਾਨੂੰ ਫੂਡ ਦਿੰਦੇ ਆ, ਤੁਹਾਡੇ ਘਰ ਦੀ ਕਿਚਨ 'ਚ ਉਹਨਾਂ ਦਾ ਫੂਡ ਆਉਂਦਾ ਹੈ। ਔਰ ਬੜੀਆਂ ਸਮੱਸਿਆਵਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਕੇ ਹਟਿਆ, ਕਿਤੇ ਸੋਕਾ ਮਾਰ ਗਿਆ, ਕਿਤੇ ਡੋਬਾ ਮਾਰ ਗਿਆ, ਕਿਤੇ ਭਾਖੜਾ ਬੰਨ੍ਹ ਟੁੱਟ ਗਿਆ, ਕਿਤੇ ਤੁਸੀਂ ਬੰਨ੍ਹ ਟੁੱਟ ਗਿਆ, ਕਿਤੇ ਘੱਗਰ ਨੇ ਫਸਲਾਂ ਮਾਰਤੀਆਂ, ਕਿੰਨੇ ਹੜ੍ਹ ਆਏ ਆ। ਚੱਕਰਵਾਤ ਆਉਂਦੇ ਆ ਪੰਜਾਬ 'ਚ ਮਾਰਚ ਦੇ ਮਹੀਨੇ 'ਚ, ਉਦੋਂ ਫਸਲ ਕਣਕ ਦੀ ਪੱਕੀ ਖੜੀ ਹੁੰਦੀ ਹੈ। ਮੈਂ ਕਹਿੰਦਾ ਕੋਈ ਕਿਸਾਨ ਨਹੀਂ ਹੋਣਾ ਜਿਹਦੀ ਕਿਤੇ ਪਾਣੀ ਲਾ ਕੇ ਆਇਆ ਉਹਦੇ ਕਣਕ ਨਾ ਡਿੱਗੀ ਹੋਵੇ, ਕਿਤੇ ਝੋਨੇ ਨੂੰ ਥੋਤ ਮਾਰ ਗਈ, ਨਰਮੇ ਨੂੰ ਸੁੰਡੀ ਪੈ ਗਈ। ਔਰ ਹੋਰ ਤਾਂ ਹੋਰ ਆਵਾਰਾ ਪਸ਼ੂਆਂ ਦੀ ਬੜੀ ਵੱਡੀ ਸਮੱਸਿਆ ਹੈ। ਦਿਨੇ ਰਾਤ ਲੋਕ, ਗੰਨੇ ਦੀ ਬੜੀ ਸਮੱਸਿਆ, ਗੰਨਾ ਚੱਕਿਆ ਨਹੀਂ ਜਾ ਰਿਹਾ ਸੀਗਾ। ਸੋ ਜਿੰਨਾ ਵੀ ਕਿਸਾਨ ਹੈ ਉਹ ਬੜੀ ਹਾਰਡਸ਼ਿਪ ਹੈ, ਉਹਦੀ ਹਾਰਡ ਅਰਨ ਇਨਕਮ ਹੈ, ਉਹਨੂੰ ਵਿੱਚ ਇਨਵੋਲਵ ਕਰਨਾ ਚਾਹੀਦਾ ਜਦੋਂ ਖੇਤੀ ਦੀ ਪਾਲਿਸੀ ਬਣਦੀ ਹੋਵੇ। ਦੂਜੇ ਪਾਸੇ ਸਰਕਾਰ ਦੇਖੋ, ਇੱਕ ਕਿਸਾਨ ਹੈ, ਉਹਨੇ ਪਰਾਲੀ ਸਾੜਨੀ, ਚਾਹੇ ਇੱਕ ਖੇਤ ਉਹ ਸਾੜਦਾ, ਚਾਹੇ ਦੋ ਸਾੜਦਾ, ਉਹਦਾ ਆਲਟਰਨੇਟ ਕੁਛ ਲੱਭਣਾ ਚਾਹੀਦਾ। ਇਹ ਥੋੜ੍ਹੀ ਹੈ ਕਿ ਤੁਹਾਨੂੰ 5 ਸਾਲ ਦੀ ਜੇਲ੍ਹ ਹੋਏਗੀ ਜੇ ਪਰਾਲੀ ਸਾੜੀ ਤਾਂ 1 ਕਰੋੜ ਜੁਰਮਾਨਾ ਹੋਏਗਾ। ਸਾਰੇ ਕਿਸਾਨ ਦੀ, ਇਹ ਛੋਟੇ ਕਿਸਾਨ ਜਿਨ੍ਹਾਂ ਦੀ ਗਿਣਤੀ ਤਕਰੀਬਨ 70 ਤੋਂ 75% ਹੈ, ਜਿਹਦੇ ਕੋਲ ਜ਼ਮੀਨ ਹੀ 3-4 ਏਕੜ ਹੈ, ਉਹ ਤਾਂ ਸਾਰਾ ਕੁਛ ਹੀ 40-50 ਲੱਖ ਦਾ ਹੈ। ਕਿੱਥੇ ਜਾਊਗਾ ਉਹ? ਕਿੱਥੇ ਜਾਊ? ਕਿੱਥੋਂ ਕਰੋੜ ਰੁਪਇਆ ਭਰ ਦੂਗਾ? ਇਹ ਤਾਂ ਮਤਲਬ ਬਿੱਲ ਬਣਾਉਣ ਵਾਲੇ ਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨੇ ਕੀ ਸੋਚ ਕੇ ਬਿੱਲ ਬਣਾਇਆ ਸੀ। ਉਹਨੂੰ ਇਹ ਸ਼ਰਮ ਮੰਨਣੀ ਚਾਹੀਦੀ ਸੀ ਬਿੱਲ ਬਣਾਉਣ ਤੋਂ ਪਹਿਲਾਂ ਵੀ 70% ਕਿਸਾਨ ਤਾਂ ਸਾਰਾ ਕੁਛ ਵੇਚ ਵੱਟ ਕੇ 30 ਲੱਖ ਦਾ ਜੁਗਾੜ ਨਹੀਂ ਕਰ ਸਕਦੇ। ਪਹਿਲਾਂ ਹੀ ਕਰਜ਼ਾਈ ਹੈ, ਕਰਜ਼ੇ 'ਚੋਂ ਡੁੱਬੇ ਪਏ ਆ। ਬੈਂਕਾਂ ਦੇ ਜਿਹੜੀ ਕਰਜ਼ੇ ਦੀ, ਜਿਹੜੀ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਸਭ ਤੋਂ ਬੈਸਟ ਗੱਲ ਲੱਗੀ, ਉਹਨਾਂ ਕਿਹਾ ਵੀ 4% ਤੋਂ ਉੱਤੇ ਕਿਸਾਨ ਨੂੰ ਵਿਆਜ ਨਹੀਂ ਪੈਣਾ ਚਾਹੀਦਾ। ਔਰ ਦੂਸਰੀ ਸਿਫਾਰਿਸ਼ ਉਹਨਾਂ ਨੇ ਕੀਤੀ ਕਿ ਕਿਸਾਨ, ਵੈਸੇ ਤਾਂ ਮੇਰਾ ਉਹ ਰਿਪੋਰਟ ਤਾਂ ਸਰਕਾਰ ਲਾਗੂ ਨਹੀਂ ਕਰ ਰਹੀ। ਉਹ ਰਿਪੋਰਟ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੈ, ਇਹਦਾ ਮੋੜ ਕਿਸੇ ਹੋਰ ਪਾਸੇ ਚਲਾ ਗਿਆ। ਕੋਈ ਬੰਦਾ ਫੌਜ ਦੇ ਵਿੱਚ ਭਰਤੀ ਹੁੰਦਾ ਹੈ, 20 ਸਾਲ ਦੀ ਨੌਕਰੀ, 30 ਸਾਲ ਦੀ ਨੌਕਰੀ ਕਰਕੇ ਘਰੇ ਆਉਂਦਾ, ਆਪਣੀ ਪੈਨਸ਼ਨ ਲੈ ਕੇ ਆਉਂਦਾ। ਕਿਸਾਨ 40 ਸਾਲ ਕੰਮ ਕਰਕੇ ਆ ਕੇ ਆਪਣੇ ਮੁੰਡਿਆਂ ਨੂੰ ਜ਼ਮੀਨ ਫੜਾਉਂਦਾ, ਉਹਦੇ ਕੋਲ 100 ਰੁਪਏ ਆਪਣੀ ਧੀ ਨੂੰ ਸ਼ਗਨ ਦੇਣ ਵਾਸਤੇ ਨਹੀਂ ਹੁੰਦੇ। ਔਰ ਉਹ ਗੁਰਬਤ ਦੇ ਵਿੱਚ ਜੰਮਿਆ, ਉਹ ਗੁਰਬਤ 'ਚ ਵੱਡਾ ਹੋਇਆ, ਗੁਰਬਤ ਦੇ ਵਿੱਚ ਰਿਹਾ ਅਤੇ ਗੁਰਬਤ 'ਚ ਹੀ ਮਰ ਗਿਆ। ਸੋ ਉਸ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਕਿਸਾਨ ਨੂੰ ਇੱਕ ਤਾਂ ਕ੍ਰੌਪ ਇੰਸ਼ੋਰੈਂਸ ਦਿਓ। ਆਹ ਕੰਟਰੀਆਂ 'ਚ ਜੇ $60,000 ਇੱਕ ਕਿਸਾਨ ਨੂੰ ਸਬਸਿਡੀ ਦੇ ਰੂਪ ਵਿੱਚ, ਫਾਈਨੈਂਸ਼ੀਅਲ ਸਪੋਰਟ ਦੇ ਰੂਪ ਵਿੱਚ ਆਹ ਸਰਕਾਰਾਂ ਦਿੰਦੀਆਂ। ਇੱਕ ਕਿਸਾਨ ਨੂੰ ਕਿੰਨੇ ਦਿੰਦੇ? $60,000। ਔਰ ਸਾਡੀਆਂ ਸਰਕਾਰਾਂ ਕਿੰਨੀਆਂ? $200 ਖਾਦ ਦੀ ਸਬਸਿਡੀ, ਪਾਣੀ ਦੀ ਸਬਸਿਡੀ, ਬਿਜਲੀ ਦੀ ਸਬਸਿਡੀ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਲੋੜ ਕੀ ਹੈ ਕਿਸਾਨਾਂ ਨੂੰ? ਅੱਜ 70 ਕਰੋੜ ਕਿਸਾਨ ਇਸ ਗੱਲ ਦੀ ਮੰਗ ਕਰ ਸਕਦਾ ਹੈ ਕਿ ਸਾਨੂੰ ਭਾਈ ਪੈਨਸ਼ਨ ਦਿਓ, ਅਸੀਂ 40 ਸਾਲ ਕੰਮ ਕੀਤਾ ਹੈ, ਸਾਡੀ ਹੈਲਥ ਇੰਸ਼ੋਰੈਂਸ ਦਿਓ, ਸਾਡੀ ਕ੍ਰੌਪ ਦੀ ਇੰਸ਼ੋਰੈਂਸ ਦਿਓ। ਜਿਹੜੀ ਸਾਡੀ ਕ੍ਰੌਪ ਮਰ ਗਈ, ਕੋਈ ਵੀ ਕਿਸੇ ਵੀ ਚਖੇੜੇ ਨਾਲ ਸਰਕਾਰੀ ਕਿਸੇ ਤੇ ਫੌਜ ਲੰਘਣਾ ਹੈ, ਕਿਸਾਨ ਦੀ ਫਸਲ ਮਰੀ ਗਈ,
ਪਿੱਛੇ ਜੇ ਪੰਜਾਬ ਦੇ ਵਿੱਚ ਜਦੋਂ ਟੈਰਰਿਜ਼ਮ ਦੀ ਕੋਈ ਸਮੱਸਿਆ ਚੱਲਦੀ ਸੀ, ਕਾੜਕੂਆ ਦੀ, ਬੜਾ ਕਿਸਾਨਾਂ ਦਾ ਗੰਨੇ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਖੇਤ ਨੂੰ, ਕਿਸਾਨਾਂ ਦਾ ਹੀ ਕਣਕ ਸੜ ਜਾਂਦੀ, ਲਾਂਘਾ ਸੜ ਜਾਂਦਾ ਉਹਨਾਂ ਦਾ, ਔਰ ਉਹਨਾਂ ਨੂੰ ਕੁਛ ਨਹੀਂ ਮਿਲਦਾ ਜੀ। ਕਿਸਾਨ ਫਿਰ ਹੱਥ ਧੋ ਕੇ ਘਰੇ ਆ ਕੇ ਬਹਿ ਜਾਂਦਾ। ਸੋ ਇਸ ਤਰ੍ਹਾਂ ਦੀ ਪਾਲਿਸੀ ਚਾਹੀਦੀ ਹੈ ਕਿ ਕਿਸਾਨ ਦੀ ਫਸਲ ਦਾ ਜਿਹੜਾ ਮੁਆਵਜ਼ਾ ਦਿੱਤਾ ਹੈ। ਜਿਹੜੀ ਡਿਸਟ੍ਰੈਸ ਸ਼ਬਦ ਵਰਤਿਆ ਸੀ ਸਵਾਮੀਨਾਥਨ ਸਾਹਿਬ ਨੇ, ਪ੍ਰੋਫੈਸਰ ਸਾਹਿਬ ਨੇ, ਉਹ ਇੱਕ ਕਾਰਨ ਮੰਨਦੇ ਸੀ ਕਿ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਹੈ। ਸੋ ਹੋਣ ਵਾਲਾ ਤਾਂ ਬਹੁਤ ਕੁਛ ਹੈ। ਮੇਰਾ ਸਵਾਲ ਵੀ ਅਗਲਾ ਇਹ ਸੀ ਕਿ ਆਤਮ ਹੱਤਿਆ ਕਰਨ ਦੇ ਵਿੱਚ ਬੜਾ ਕੁਛ ਰਲਿਆ ਮਿਲਿਆ ਸਾਰਾ ਕੁਛ। ਜੇ ਆਪਾਂ 30 ਸਾਲ ਪਿੱਛੇ ਜਾਂਦੇ ਹਾਂ, 30 ਸਾਲ ਜ਼ਮੀਨਾਂ ਦੇ ਭਾਅ ਕੀ ਸੀ ਅਤੇ ਠੇਕਾ ਜਿਹੜਾ ਸੀ 2000 ਰੁਪਈਆ ਹੁੰਦਾ ਸੀ, ਠੀਕ ਆ। ਅਤੇ ਹੁਣ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਉਨੇ ਨਹੀਂ ਵਧੇ ਜਿੰਨਾ ਠੇਕਾ ਵੱਧ ਗਿਆ। ਠੇਕਾ ਤੁਸੀਂ ਦੇਖੋ ਅੱਜ 50,000 40,000 60,000 ਕਿਸੇ ਤੇ ਡਿਪੈਂਡ ਕਰਦਾ। ਬਈ ਇਹ ਵੀ ਤਾਂ ਕੁਛ ਨਾ ਕੁਛ ਹੋਣਾ ਚਾਹੀਦਾ। ਜਿਹੜੇ NRI ਭਰਾ ਅਸੀਂ ਬਾਹਰ ਵੱਸਦੇ ਹਾਂ, ਜੇ ਅਸੀਂ ਕਹਿ ਲਈਏ ਵੀ ਆ ਕਿਸਾਨ ਤਾਂ ਆ ਕੇ ਦਿੱਲੀ ਬੈਠੇ ਨੇ, ਉਹਨਾਂ ਨੂੰ 4-4 5-5 ਮਹੀਨੇ ਹੋ ਗਏ ਸਾਰਾ ਕੰਮ ਕਾਰ ਛੱਡ ਕੇ ਆ ਕੇ ਦਿੱਲੀ ਬੈਠੇ ਨੇ, ਅਤੇ ਅਸੀਂ ਵੀ ਤਾਂ ਕਹਿ ਹੀ ਸਕਦੇ ਹਾਂ ਵੀ ਚਲੋ ਭਾਈ 1 ਸਾਲ ਠੇਕਾ ਨਾ ਦਿਓ। ਮਤਲਬ ਜੇ ਤੁਸੀਂ ਸੱਚ ਪੁੱਛੋ ਤਾਂ ਮਰਦੇ ਹੀ ਠੇਕੇ 'ਤੇ ਲੈਣ ਵਾਲੇ ਹੈ। ਜ਼ਮੀਨਾਂ ਠੇਕੇ 'ਤੇ ਲੈਣ ਵਾਲੇ ਕਿਸਾਨ ਹੀ ਆਤਮ ਹੱਤਿਆ ਕਰਦੇ, ਉਹਨਾਂ ਦੇ ਕੋਲ ਕੋਈ ਰਾਹ ਹੀ ਨਹੀਂ ਬਚਦਾ ਜੀ। ਤੁਸੀਂ ਇਹ ਦੱਸੋ ਵੀ ਜਿਨ੍ਹਾਂ ਦੇ ਕੋਲ ਆਪਣੀ ਜ਼ਮੀਨ ਹੈ, ਆਪਣੀ ਜ਼ਮੀਨ 'ਚ ਰੇਹਾਂ ਸਪਰੇਆਂ ਦੇ ਖਰਚੇ ਕੱਢ ਕੇ, ਆਪਣੇ ਘਰ ਦੀ ਇਨਕਮ ਦੀ, ਘਰਦਿਆਂ ਦੀ ਮਿਹਨਤ ਕੱਢ ਕੇ ਵੀ ਉਹਨਾਂ ਨੂੰ ਕੱਖ ਨਹੀਂ ਬਚਦਾ, ਅਤੇ ਠੇਕੇ ਦਾ 60,000 ਦੇ ਕੇ ਕਿਵੇਂ ਬਚੂਗਾ? ਹਾਂ ਜੀ, ਇਹ ਪਾਲਿਸੀ ਬਹੁਤ ਵੱਡੀ ਗੱਲ ਹੈ। ਉਹ ਬਣਾਉਣ ਦਾ ਤਾਂ ਮਤਲਬ ਵੱਡਾ ਸਬਜੈਕਟ ਹੈ। ਪਰ ਮੈਂ ਬੇਨਤੀ ਪੰਜਾਬ ਸਰਕਾਰ ਨੂੰ ਅਤੇ ਸਾਡੇ NRI ਵੀਰ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਸੁਣਦੇ, ਮੈਂ ਪਹਿਲਾਂ ਵੀ ਕੀਤੀ ਸੀ ਜੀ, ਕਿ ਇਸ ਵਾਰੀ ਕਿਸਾਨਾਂ ਤੋਂ ਠੇਕਾ ਨਾ ਲਓ। ਜਿਹੜੇ ਦਿੱਲੀ ਕਿਸਾਨ ਧਰਨੇ 'ਤੇ ਆਪਣੇ ਘਰ-ਬਾਰ ਛੱਡ ਕੇ ਠੰਡ ਦੇ ਵਿੱਚ ਰੁਲ ਰਹੇ ਹੈ, ਔਰ 2-2 4-4 5-5 ਏਕੜ ਵਾਲੇ ਕਿਸਾਨ ਹੈ, ਉਹਨਾਂ ਤੋਂ ਟਰੈਕਟਰਾਂ ਦੇ ਟਰਾਲੀਆਂ ਦੇ ਖਰਚੇ ਨਹੀਂ ਨਿਕਲ ਰਹੇ, ਡੀਜ਼ਲ ਦਾ ਖਰਚਾ ਨਹੀਂ ਨਿਕਲ ਰਿਹਾ, ਸਪਰੇਆਂ ਦੇ ਖਰਚੇ ਨਹੀਂ ਨਿਕਲ ਰਹੇ, ਲੇਬਰ ਨਹੀਂ ਨਿਕਲ ਰਹੀ ਜੀ। ਤੁਸੀਂ ਰੱਬ ਦਾ ਵਾਸਤਾ, ਇੱਥੇ ਅਸੀਂ ਆ ਗਏ ਹਾਂ, ਜਿਹੜੇ ਲੋਕ ਠੀਕ ਰੋਟੀ ਪਾਣੀ ਖਾਂਦੇ ਆ, ਉਹ ਉੱਥੋਂ ਪੈਸੇ ਲਿਆ ਕੇ ਕਿਸਾਨਾਂ ਦਾ ਖੂਨ ਹੀ ਲਿਆ ਰਹੇ ਆ, ਪੈਸੇ ਦਾ ਨਹੀਂ ਲਿਆ ਰਹੇ। ਮਤਲਬ ਮੈਨੂੰ ਤਾਂ ਲੱਗਦੀ ਵੀ ਜਿੱਡੇ ਅਤਿਆਚਾਰੀ ਸਰਕਾਰ ਆ, ਉਦੋਂ ਵੱਡਾ ਅਤਿਆਚਾਰੀ ਉਹ ਲੋਕ ਵੀ ਨੇ ਜਿਹੜੇ ਉਹਨਾਂ ਦਾ ਕਚੂੰਬਰ ਕੱਢ ਕੇ ਇੱਥੇ ਲਿਆ ਰਹੇ ਆ। ਸੋ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਪਾਲਿਸੀ ਬਣਾਉਣੀ ਚਾਹੀਦੀ ਹੈ। ਇੱਥੋਂ ਦੀ ਜਿਹੜੀ NRI ਲੋਕ ਹੈ ਉਹਨਾਂ ਦੀ ਸਪੋਰਟ ਕਰ ਸਕਦੇ ਇਹਦੇ 'ਚ, ਕਿ ਜਿਹੜੇ ਲੋਕ ਬਾਹਰ ਚਲੇ ਗਏ ਜੀ। ਹੁਣ ਇੱਥੋਂ ਦੀ ਗਵਰਨਮੈਂਟ ਜਿਹੜੇ ਲੋਕ 6 ਮਹੀਨੇ ਇੱਥੇ ਨਹੀਂ ਰਹਿੰਦੇ, ਉਹਨਾਂ ਨੂੰ ਪੈਨਸ਼ਨ ਨਹੀਂ ਦਿੰਦੀ। ਸਹੀ ਗੱਲ ਆ, ਉਹਨਾਂ ਨੂੰ ਦੁਬਾਰਾ ਆ ਕੇ ਰਜਿਸਟਰ ਕਰਾਉਣੀ ਪੈਂਦੀ। ਜੇ ਪੈਨਸ਼ਨ ਬਾਈ ਜੀ ਦਿੰਦੀ ਵੀ ਹੈ ਤਾਂ ਵੀ ਉਹਨਾਂ ਦਾ ਨੋਟਿਸ ਆਫ ਅਸੈਸਮੈਂਟ, ਉਹਨਾਂ ਦੀ ਸਾਲ ਦੀ ਸਾਲਾਨਾ ਇਨਕਮ ਚੈੱਕ ਕੀਤੀ ਜਾਂਦੀ ਹੈ, ਔਰ ਉਹ ਟੈਕਸੇਬਲ ਹੁੰਦੀ ਹੈ ਜੀ। ਸਾਡੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ। ਜਿਹੜੇ ਉੱਥੋਂ ਮੁਲਾਜ਼ਮ ਆ ਗਏ, ਨਾਲ ਠੇਕਾ ਲੈ ਆਏ, ਇੱਥੇ ਆ ਕੇ ਵੀ ਪੈਨਸ਼ਨਾਂ ਲੈ ਰਹੇ ਆ, ਇੱਥੇ ਆ ਕੇ ਸੋਹਣੇ ਰੁਜ਼ਗਾਰ ਕਰ ਰਹੇ ਆ, ਉਹਨਾਂ ਲਈ ਕਾਨੂੰਨ ਬਣਨਾ ਚਾਹੀਦਾ ਹੈ। ਔਰ ਜਿਹੜੇ ਦੂਜੇ ਉੱਥੇ ਮੁਲਾਜ਼ਮ ਭਰਾ ਲੱਗੇ ਨੇ, ਕੋਈ ਪੁਲਿਸ 'ਚ ਲੱਗਿਆ, ਟੀਚਰ ਲੱਗਿਆ, ਸਿਕਿਉਰਿਟੀ ਸਰਵਿਸ ਦੇ ਵਿੱਚ ਲੱਗਿਆ, ਕਾਰਪੋਰੇਟ ਸਰਵਿਸ ਕੰਮ ਕਰਦੇ ਆ, ਜਿਨ੍ਹਾਂ ਦੀ ਇਨਕਮ ਵੀ 50,000 ਜਾਂ ਲੱਖ ਰੁਪਏ ਤੋਂ ਉੱਪਰ ਹੈ ਜੀ, ਉਹਨਾਂ ਸਾਰਿਆਂ ਲਈ ਕਾਨੂੰਨ ਇਹ ਬਣਨਾ ਚਾਹੀਦਾ ਹੈ। ਅਸੀਂ ਸਪੋਰਟ ਕਰਾਂਗੇ ਇੱਥੇ ਬੈਠੇ, ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਕੋਈ ਹੋਰ ਸਰਕਾਰ ਹੋਵੇ, ਉਹ ਕਾਨੂੰਨ ਬਣਾਵੇ ਕਿ ਇਹ ਲੋਕ ਘੱਟ ਤੋਂ ਘੱਟ ਝੋਨਾ ਨਹੀਂ ਬੀਜ ਸਕਦੇ ਜੀ। ਇਹ ਸਾਡੀਆਂ ਨਸਲਾਂ ਵਾਸਤੇ ਪਾਣੀ ਰੱਖਿਆ, ਇਹ ਪਾਣੀ ਦੇ ਆਉਣ ਵਾਲੀਆਂ ਜਨਰੇਸ਼ਨਸ ਦਾ ਹੱਕ ਹੈ। ਤੁਸੀਂ ਕੌਣ ਹੁੰਦੇ ਹੋ ਹੱਕ ਖੋਣ ਵਾਲੇ? ਔਰ ਉਹ ਵੀ ਰੱਜਦੇ ਖਾਂਦੇ ਲੋਕ ਆਪਣੀਆਂ ਫਸਲਾਂ ਝੋਨਾ ਬੀਜਣ, ਆਪਣੀਆਂ ਰੇਹਾਂ ਸਪਰੇਆਂ ਵਾਲੀ ਖੇਤੀ ਕਰਨ। ਅਸੀਂ ਕਿਸਾਨ ਦਾ ਜਿਹੜਾ ਅਸਲੀ ਹੱਲ ਹੈ, ਜਿਹਦੇ ਬਾਰੇ ਡਿਸਕਸ਼ਨ ਬਹੁਤ ਘੱਟ ਹੋਈ ਹੈ, ਮੈਂ ਕਹਿੰਦਾ ਕਿ ਕਿਸਾਨ ਭਰਾ ਉੱਥੇ ਧਰਨਿਆਂ 'ਤੇ ਬੈਠੇ ਆ, ਰਾਜੇਵਾਲ ਸਾਹਿਬ ਹੋਰੀ ਸਿਆਣੇ ਬੰਦੇ ਆ, ਉਹ ਦੁਨੀਆ ਦੇ ਅਰਥਸ਼ਾਸਤਰੀਆਂ ਨੂੰ ਬੁਲਾਉਣ, ਉੱਥੇ ਇੱਕ ਮਾਡਲ ਦੇਣ ਕਿ ਆਹ ਮਾਡਲ ਹੈ ਖੇਤੀ ਦਾ, ਆਹ ਮਾਡਲ ਹੈ, ਆਹ ਜ਼ੀਰੋ ਬਜਟ ਖੇਤੀ ਹੈ। ਸਰਕਾਰਾਂ ਇੱਥੇ $60,000 ਦੇ ਰਹੀਆਂ, ਉੱਥੇ ਸਰਕਾਰਾਂ ਉਹਨਾਂ ਨੂੰ ਘਾਟੇ ਦੀ ਅਵਸਥਾ MSP ਪੂਰੀ ਦੇਣ, ਉਹਨਾਂ ਨੂੰ ਖਰਚੇ ਦੇਣ, ਉਹਦੇ ਡੈਟ ਮਾਫ ਕਰਨ, ਜਿਹੜੇ ਕਰਜ਼ੇ ਮਿਲਦੇ ਆ ਉਹ ਇੰਟਰਸਟ ਫ੍ਰੀ ਕਰਜ਼ੇ ਦੇਣ। ਜਿਹੜੀ ਗੱਲ ਕਰਨ ਵਾਲੀ ਆ ਉਹ ਕਰਨੀ ਚਾਹੀਦੀ ਆ। ਕਿਸਾਨਾਂ ਨੂੰ ਵਿਆਜ ਫ੍ਰੀ ਕਰਜ਼ਾ ਮਿਲਣਾ ਚਾਹੀਦਾ ਹੈ, ਉਹਨਾਂ ਨੂੰ ਕਰਜ਼ੇ 'ਤੇ ਸਬਸਿਡੀ ਮਿਲਣੀ ਚਾਹੀਦੀ ਹੈ। ਜਿੰਨਾ ਸਰਕਾਰ, ਇੱਕੋ ਹੀ ਮੰਗ ਹੈ ਸਾਡੀ ਕਿ ਜਿੰਨਾ ਸਰਕਾਰ ਕਾਰਪੋਰੇਟ ਸੈਕਟਰ ਨੂੰ ਸਬਸਿਡੀ ਦਿੰਦੀ ਹੈ, ਉਦੋਂ ਅੱਧਾ ਹੀ ਦੇ ਦੇ ਕਿਸਾਨਾਂ ਨੂੰ, ਤਾਂ ਸਾਡਾ ਕਿਸਾਨ ਸਾਰੀ ਧਰਤੀ ਦੀ ਤਕਦੀਰ ਬਦਲ ਸਕਦਾ। ਔਰ ਮੈਂ ਤੁਹਾਨੂੰ ਦੱਸਾਂ ਕਿ ਬਾਹਰ ਵਾਲੇ ਕੰਟਰੀਆਂ 'ਚ, ਬਾਹਰ ਵਾਲੀਆਂ ਵੱਡੀਆਂ ਮਾਰਕੀਟਾਂ 'ਚ ਔਰਗੈਨਿਕ ਫੂਡ ਦਾ ਇੰਨਾ ਕੁ ਮੰਗ ਹੈ, ਔਰਗੈਨਿਕ ਫੂਡ ਦੀ। ਸਾਡਾ ਕਿਸਾਨ, ਉਹਦੇ ਕੋਲ ਵੈਦਰ ਹੈ, ਉਹਦੇ ਕੋਲ ਸੂਰਜ ਦੀ ਰੋਸ਼ਨੀ ਹੈ, ਉਹ ਮਿਹਨਤੀ ਆ। ਉੱਥੇ ਪੰਜਾਬ 'ਚ ਤਾਂ 98। ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ ਉੱਥੇ ਮੌਸਮ ਬੜਾ ਵਧੀਆ, ਨਾ ਸਨੋ ਪੈਂਦੀ, ਇਨਵਾਇਰਮੈਂਟ ਇੰਨੀ ਵਧੀਆ, ਕਿਉਂ ਅਸੀਂ 1-2 ਫਸਲਾਂ ਦੇ ਲਾਗੇ ਬੈਠੇ ਹਾਂ? ਕਿਉਂ ਇੱਕੋ ਫਸਲਾਂ ਹੀ ਉਗਾਉਂਦੇ ਹਾਂ? ਕਿਉਂ ਨਹੀਂ ਹੋਰ ਔਰਗੈਨਿਕ ਖੇਤੀ ਕੀਤੀ ਜਾਂਦੀ? ਕਿਉਂ ਨਹੀਂ ਉੱਥੇ ਬਦਲਾਅ ਆਉਣਾ ਚਾਹੀਦਾ? ਦੇਖੋ, ਇਹ ਬਦਲਾਅ ਜਿਹੜਾ ਜ਼ੀਰੋ ਬਜਟ ਜਿਹੜੀ ਖੇਤੀ ਤੁਸੀਂ ਗੱਲ ਕਰਦੇ ਹੋ, ਉਹ ਬਦਲਾਅ ਆਊਗਾ, ਪਰ ਫਿਲਹਾਲ ਜਿਹੜਾ ਕਿਸਾਨ ਇੰਨਾ ਕਰਜ਼ਾ ਚੱਕੀ ਬੈਠਾ ਹੈ, ਜਾਂ ਤਾਂ ਸਰਕਾਰ ਇਹ ਵਾਅਦਾ ਕਰੇ ਕਿ ਅਸੀਂ ਤੁਹਾਡਾ ਕਰਜ਼ਾ ਮਾਫ ਕੀਤਾ ਹੈ ਜੀ, ਤੁਹਾਨੂੰ ਜਿਹੜਾ ਅੱਗੇ ਕਰਜ਼ਾ ਦੇਣਾ ਉਹ ਇੰਟਰਸਟ ਫ੍ਰੀ ਦੇਣਾ ਹੈ,
ਤਾਂ ਤੁਸੀਂ ਜ਼ੀਰੋ ਬਜਟ ਖੇਤੀ ਨਾਲ ਤਾਂ ਹੀ ਜੋੜਿਆ ਜਾ ਸਕਦਾ ਨਾ ਜੀ। ਕਿਸਾਨ ਦਾ ਕਰਜ਼ਾ, ਉਹਦੇ ਟਰੈਕਟਰ ਟਰਾਲੀਆਂ ਦੀਆਂ ਕਿਸ਼ਤਾਂ ਨਹੀਂ ਮੁੱਕ ਰਹੀਆਂ, ਕੋਈ ਖੇਤੀ ਲਈ ਜਿਹੜੀ ਪਾਲਿਸੀ ਹੈ ਉਹ ਇਮਾਨਦਾਰੀ ਪਾਲਿਸੀ ਨਹੀਂ ਬਣੀ, ਹੈ ਨਾ। ਨਹੀਂ ਤਾਂ ਬਾਹਰਲੇ ਕੰਟਰੀਆਂ 'ਚ ਇੰਨੀ ਆਰਗੈਨਿਕ ਫੂਡ ਦੀ ਡਿਮਾਂਡ ਹੈ ਔਰ ਸਾਡਾ ਕਿਸਾਨ ਕੰਪੀਟੈਂਟ ਹੈ ਉਹ ਡਿਮਾਂਡ ਨੂੰ ਪੂਰੀ ਕਰਨ ਲਈ। ਤਾਂ ਹੱਲ ਤਾਂ ਹੋ ਸਕਦਾ, ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ। ਦੇਖੋ ਜਦੋਂ ਵੀ ਮਾੜੇ ਹੋਏ ਆ ਉਦੋਂ ਲੀਡਰ ਹੀ ਮਾੜੇ ਹੋਏ ਆ, ਲੋਕ ਕਦੇ ਮਾੜੇ ਨਹੀਂ ਹੁੰਦੇ। ਜਦੋਂ ਵੀ ਮਾੜੀ ਹੋਈ ਹੈ ਲੀਡਰਸ਼ਿਪ ਮਾੜੀ ਹੋਈ ਹੈ। ਹੁਣ ਵੀ ਜੇ ਕਿਤੇ ਕਿਸਾਨ ਸੰਘਰਸ਼ ਇੱਧਰ ਉੱਧਰ ਜਾਂਦਾ ਤਾਂ ਉਂਗਲ ਲੀਡਰਸ਼ਿਪ 'ਤੇ ਚੱਕੀ ਜਾਣੀ ਹੈ। ਸੁਰਜੀਤ ਸਿੰਘ ਜੀ, ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਪੈਸ਼ਲ ਤੌਰ 'ਤੇ ਮੈਂ ਤੁਹਾਡਾ ਧੰਨਵਾਦ ਕਰਦਾ ਅਤੇ ਸੈਮ ਭੁੱਲਰ ਸਾਹਿਬ ਸਟੂਡੀਓ ਪਹੁੰਚੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਸੋ ਮਚ। ਗਾਹੇ ਬਗਾਹੇ ਜ਼ਰੂਰ ਆਉਂਦੇ ਰਿਹਾ ਕਰੋ, ਇੱਕ ਅੱਧਾ ਵੀਕ ਛੱਡ ਕੇ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੰਤ ਵਿੱਚ ਆਪਣੇ ਵੱਲੋਂ ਇੱਕ ਅੱਧਾ ਮਿੰਟ ਹੈ ਆਪਣੇ ਕੋਲ, ਕੋਈ ਕੁਛ ਇੱਕ ਕਿਸਾਨ ਅੰਦੋਲਨ ਬਾਰੇ ਕੁਛ ਲਾਈਨਾਂ ਕਰਨੀ ਚਾਹੁੰਦੇ ਹੋ? ਹਾਂਜੀ। ਬਸ ਮੈਂ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਸਾਡੀ ਆਤਮਾ ਤੁਹਾਡੇ 'ਚ ਹੀ ਹੈ। ਉਹ ਕਿਸੇ ਸ਼ਾਇਰ ਨੇ ਕਿਹਾ ਸੀ, ਜੰਮੀ ਨਾ ਨੀ ਮਾਏ ਮੈਨੂੰ ਇਹੋ ਜਿਹੇ ਪਿੰਡ ਜਿੱਥੇ ਮੇਰੇ ਵੀਰੇ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ। ਸੋ ਕਿਸਾਨ ਭਰਾਓ, ਸਾਡਾ ਦਿਲ ਤੁਹਾਡੇ ਨਾਲ ਹੈ, ਤਕੜੇ ਹੋ ਤੁਸੀਂ, ਤੁਹਾਡੀ ਜਿੱਤ ਤੁਹਾਡੀ ਆਪਣੀ ਹੈ। ਪਰ ਮੈਂ ਕਹਿਣਾ ਕਿ 72 ਕਰੋੜ ਬੰਦਿਆਂ ਨੂੰ ਬੁੱਕਲ 'ਚ ਲੈ ਕੇ ਚੱਲੋ, ਤੁਸੀਂ ਰਾਜਾਂ ਭਾਗਾਂ ਦੇ ਮਾਲਕ ਬਣੋਗੇ ਜੀ। ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਇਹ ਸਨ ਸੁਰਜੀਤ ਸਿੰਘ ਝਵੇਲ ਵਾਲੀ, ਅਸੀਂ ਨਾਲ ਗੱਲਬਾਤ ਕੀਤੀ ਸਪੈਸ਼ਲ ਤੌਰ 'ਤੇ। ਮੈਂ ਜਿੱਥੇ ਨਾਲ ਧੰਨਵਾਦ ਕਰਦਾ, ਉਸੇ ਨਾਲ ਸੈਮ ਭੁੱਲਰ ਸਾਹਿਬ ਸਟੂਡੀਓ ਪਹੁੰਚੇ, ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਜਾਸ਼ੂਆ ਸਿੱਧੂ ਸਟੂਡੀਓ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ।